ਵਾਹਿਗੁਰੂ ਵਾਹਿਗੁਰੂ बलिहारी गुर अपने दोहाड़ी सदवा जिन मानस ते देवते किए करत ना लगी जे सो चंदा उगवे सूरज चढ़े हजार इते चानण होंदिया गुरबिन चढ़िया सूरज जग रुसनाई चढ़िया सूरज जग रुसनाई चढ़िया सूरज जग रुसनाई चढ़िया सूरज जग रुसनाई चढ़िया सूरज जग रुसनाई। गुरु रूप साध संगत जीओ, सारी संगत बोलो कोई रसना वांझी न रहे। धन गुरु नानक देव सच्चे पातशाह जी के चरणों विच अपना सीस झुकाइए। आओ एकाग्रता बना के सारी संगत पढ़ लईए जी। चढ़िया सूरज जग रुसनाई चढ़िया सूरज जग रुसनाई चढ़िया सूरज जग रुसनाई चढ़िया सूरज जग रुसनाई छपे नहीं छुपाया छपे नहीं छुपाया छपे ना है छुपाया
ਚੜਿਆ ਸੂਰਜ ਜਗ ਰੁਸ਼ਨਾਈ, ਚੜਿਆ ਸੂਰਜ ਜਗ ਰੁਸ਼ਨਾਈ, ਚੜਿਆ ਸੂਰਜ ਜਗ ਰੁਸ਼ਨਾਈ। ਤਰੀ ਨਿਸ਼ਾਨੀ ਕੌਸ ਦੀ, ਤਰੀ ਨਿਸ਼ਾਨੀ ਕੌਸ ਦੀ, ਮੱਕੇ ਅੰਦਰ ਪੂਜ ਕਰਾਈ, ਮੱਕੇ ਅੰਦਰ ਪੂਜ ਕਰਾਈ। ਜਿੱਥੇ ਜਾਏ ਜਗਤ ਵਿੱਚ, ਜਿੱਥੇ ਜਾਏ ਜਗਤ ਵਿੱਚ, ਬਾਬੇ ਬਾਜਨਾ ਖਾਲੀ ਜਾਈ, ਬਾਬੇ ਬਾਜਨਾ ਖਾਲੀ ਜਾਈ। ਚੜਿਆ ਸੂਰਜ ਜਗ ਰੁਸ਼ਨਾਈ, ਚੜਿਆ ਸੂਰਜ ਜਗ ਰੁਸ਼ਨਾਈ। ਕਰ ਕਰ ਬਾਬਾ ਪੂਜੀਏ, ਕਰ ਕਰ ਬਾਬਾ ਪੂਜੀਏ। ਹਿੰਦੂ ਮੁਸਲਮਾਨ ਗੁਆਈ, ਹਿੰਦੂ ਮੁਸਲਮਾਨ ਗੁਆਈ। ਬੁਕਿਆ ਸਿੰਘ ਉਜਾੜ ਵਿੱਚ, ਬੁਕਿਆ ਸਿੰਘ ਉਜਾੜ ਵਿੱਚ, ਸਭ ਮਿਰਗਾਵਲ ਕੰਨੀ ਤਾਈ, ਸਭ ਮਿਰਗਾਵਲ ਕੰਨੀ ਤਾਈ। ਚੜਿਆ ਸੂਰਜ ਜਗ ਰੁਸ਼ਨਾਈ, ਚੜਿਆ ਸੂਰਜ ਜਗ ਰੁਸ਼ਨਾਈ। ਚੜਿਆ ਚੰਦ ਨਾ ਲੁਕਈ, ਚੜਿਆ ਚੰਦ ਨਾ ਲੁਕਈ, ਕੱਢ ਕੁਨਾਲੀ ਜੋਤ ਛਪਾਈ, ਕੱਢ ਕੁਨਾਲੀ ਜੋਤ ਛਪਾਈ। ਉਗਵਨ ਤੇ ਆਥਾਵਣੋ, ਉਗਵਨ ਤੇ
खंड पृथ्वी सबा चुकाई, नौ खंड पृथ्वी सबा चुकाई, जग अंदर कुदरत बरताई, जग अंदर कुदरत बरताई, चढ़िया सूरज जग रुसनाई, चढ़िया सूरज जग सुनाई, चढ़िया सूरज जग सुनाई, चढ़िया सूरज जग सुनाई, छपे ना है छुपाया, छपे ना है छपाया, छपे ना है छुपाया, छपे ना है छपाया, चढ़िया सूरज जग रुसनाई, चढ़िया सूरज जग रुसनाई, चढ़िया सूरज जग रुसनाई, चढ़िया सूरज जग रुसनाई। वाहिगुरु 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 वाहिगुरु, सारे जप वाहिगुरु 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 चढ़िया सूरज जग रुसनाई, छपे ना है छुपाया, छपे ना है छपाया, चढ़िया सूरज जग रुसनाई, चढ़िया सूरज जग रुसनाई, जग रुसनाई, जग रुसनाई। वाहिगुरु। जुगो जुग अटल तख्त चवर छत्र दे मालक गुरता गद्दी ते सुभाए मान
ਧੰਨ 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 ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀਓ, ਆਓ ਸਾਹਿਬ ਜੀ ਦੇ ਪਾਵਨ ਚਰਨਾਂ ਵਿੱਚ ਸੀਸ ਝੁਕਾਓ। ਕੋਈ ਵੀ ਰਸਨਾ ਵਾਂਝੀ ਨਾ ਰਹੇ, ਸਾਰੇ ਫਤਿਹ ਦੁਆਰਾ ਗੁਰੂ ਚਰਨਾਂ ਨਾਲ ਸਾਂਝ ਬਣਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਸਾਹਿਬ ਜੀ ਨੇ ਅਪਾਰ ਬਖਸ਼ਿਸ਼ ਕਰਕੇ ਸਾਨੂੰ ਸਾਰਿਆਂ ਨੂੰ ਇਸ ਭਾਗੀਆਂ ਘੜੀਆਂ ਬਖਸ਼ਿਸ਼ ਕੀਤੀਆਂ ਨੇ। ਧੰਨ 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 ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਵਸ ਬਹੁਤ ਹੀ ਪ੍ਰੇਮ ਭਾਵਨਾ, ਸ਼ਰਧਾ ਤੇ ਸਤਿਕਾਰ ਸਹਿਤ ਸੰਗਤਾਂ ਮਨਾ ਰਹੀਆਂ ਹਨ। ਦਸਰਿਆਂ ਤੋਂ ਪਹਿਲਾਂ ਗੁਰੂ ਕੇ ਕੀਰਤਨੀਆਂ ਨੇ ਆਪ ਸਾਰੀਆਂ ਸੰਗਤਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨਾਲ ਜੋੜਿਆ ਹੈ। ਆਓ ਜਿੰਨਾ ਕੁ ਸਮਾਂ ਹੋਰ ਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ, ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਸਾਰੀਆਂ ਸੰਗਤਾਂ ਸਾਹਿਬ ਜੀ ਦੇ ਚਰਨਾਂ ਵਿੱਚ ਝੋਲੀਆਂ ਫੈਲਾ ਕੇ ਮਨ ਦਾ ਟਿਕਾਓ, ਇਕਾਗਰਤਾ ਦੀ ਦਾਤ ਮੰਗੀਏ। ਸਾਰੇ ਇੱਕ ਵਾਰੀ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜਿਹੜੀ ਚੀਜ਼ ਲੈ ਕੇ ਆਏ ਸੀ, ਜੇ ਅੱਜ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਹਜ਼ੂਰੀ ਵਿੱਚ ਬੈਠ ਕੇ ਆਪਾਂ ਆਪਣੀਆਂ ਝੋਲੀਆਂ ਦੇ ਵਿੱਚੋਂ ਦਾਤ ਨਹੀਂ ਪਵਾਉਣਾ ਚਾਹੁੰਦੇ ਤੇ ਗੁਰਮੁਖੋ ਫਿਰ ਗੁਰੂ ਨਾਨਕ ਦੇ ਕੋਲ ਸਾਨੂੰ ਜਾਣ ਦਾ ਲਾਭ ਕੀ ਹੈ? ਕਿਉਂਕਿ ਜਿਹੜਾ ਆਪਾਂ ਸੌਦਾ ਖਰੀਦਣਾ ਹੈ ਉਸੇ ਦੁਕਾਨ ਦੇ ਉੱਤੇ ਜਾਣ ਦੀ ਲੋੜ ਮਹਿਸੂਸ ਕਰਦੇ ਆ ਨਾ। ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨਾਮ ਦਾ ਭੰਡਾਰ ਲੈ ਕੇ ਆਏ ਨੇ। ਅੱਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੈਠ ਕੇ ਜੇ ਆਪਾਂ ਸਿਮਰਨ ਨਹੀਂ ਕਰਦੇ ਤੇ ਸਮਝ ਲਓ ਕਿ ਆਪਾਂ ਗੁਰੂ ਨਾਨਕ ਦੀ ਹੱਟ ਦੇ ਗਾਹਕ ਨਹੀਂ, ਕਿਸੇ ਹੋਰ ਵਸਤੂ ਦੇ ਬਣ ਜਾ ਰਹੇ ਹਾਂ। ਸਾਰੀ ਸੰਗਤ ਕਿਰਪਾ ਕਰੋ, ਕੋਈ ਰਸਨਾ ਵਾਂਝੀ ਨਾ ਰਹੇ। ਇੱਕ ਵਾਰੀ ਰਲ ਕੇ ਉਚਾਰਨ ਕਰੀਏ ਜੀ, ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਵੀ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਪ੍ਰਕਾਸ਼ ਦਿਵਸ ਆਪਾਂ ਮਨਾਉਂਦੇ ਹਾਂ, ਭਾਈ ਗੁਰਦਾਸ ਜੀ ਦਾ ਇਹ ਪ੍ਰਸਿੱਧ ਬਚਨ, ਪਿਆਰਾ ਬਚਨ ਆਪਾਂ ਜ਼ਰੂਰ ਪੜ੍ਹਦੇ ਤੇ ਵਿਚਾਰਦੇ ਹਾਂ, ਜਿਹਦੇ ਵਿੱਚ ਉਹ ਕਹਿੰਦੇ ਨੇ, ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ। ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਜੀਵਨ ਆਪਾਂ ਦੇਖਦੇ ਹਾਂ, ਉਹਨਾਂ ਦੀ ਬਾਬਤ ਵੀ ਭਾਈ ਗੁਰਦਾਸ ਜੀ ਦੂਜੇ ਕਹਿੰਦੇ ਨੇ, ਓਏ ਗੁਰ ਗੋਬਿੰਦ ਹੋਏ ਪ੍ਰਗਟਿਆ ਦਸਵੇਂ ਅਵਤਾਰਾ। ਜਦੋਂ ਖੰਡੇ ਦੀ ਧਾਰ ਵਿੱਚੋਂ ਕਲਗੀਧਰ ਪਾਤਸ਼ਾਹ ਜੀ ਨੇ ਖਾਲਸੇ ਦੀ ਸਾਜਣਾ ਕੀਤੀ ਤੇ ਗੁਰੂ ਪਾਤਸ਼ਾਹ ਜੀ ਨੇ ਇਹ ਨਹੀਂ ਆਖਿਆ ਕਿ ਖਾਲਸਾ ਪੈਦਾ ਹੋ ਗਿਆ। ਉਹ ਕਹਿਣ ਲੱਗੇ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਜਦੋਂ ਨੰਦੇੜ ਦੀ ਧਰਤੀ ਤੇ ਸਾਨੂੰ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਲੜ ਲਾਇਆ ਮੇਰੇ ਸਾਹਿਬ ਜੀ ਨੇ, ਉਦੋਂ ਵੀ ਬਚਨ ਕੀ ਵਰਤੇ, ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਅੱਗੇ ਕੀ ਬਚਨ ਆ ਗਏ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਬੋ ਚਹੈ ਖੋਜ ਸ਼ਬਦ ਮੈਂ ਲਿਹ।
ਕਹਿਣ ਤੋਂ ਭਾਵ ਗੁਰਮੁਖੋ, ਜਨਮ ਮਰਨ ਤੋਂ ਰਹਿਤ ਪਰਮਾਤਮਾ ਪ੍ਰਗਟ ਹੋਇਆ। 10 ਜਾਮੇ ਬਦਲ ਕੇ ਉਹਨੇ ਸਾਨੂੰ ਜਨਮ ਮਰਨ ਦੇ ਚੱਕਰ ਵਿੱਚੋਂ ਬਾਹਰ ਕੱਢਣ ਦੀ ਜੁਗਤ ਦੱਸੀ ਤੇ ਅਖੀਰ ਦੇ ਵਿੱਚ ਉਸ ਅਵਨਾਸੀ ਦਾਤੇ ਦੇ ਲੜ ਸਾਨੂੰ ਲਾਇਆ, ਜਿਹੜਾ ਸਦਾ ਹੀ ਪ੍ਰਗਟ ਰੂਪ ਦੇ ਵਿੱਚ ਸਾਡੇ ਹਨੇਰੇ ਦਿਲਾਂ ਦੇ ਵਿੱਚ ਰੋਸ਼ਨੀ ਕਰਦਾ ਹੈ। ਇੱਕ ਬਚਨ ਹੋਰ ਵਿਚਾਰਨ ਦੀ ਲੋੜ ਹੈ। ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਦੀ ਗੱਲ ਆਉਂਦੀ ਹੈ, ਉੱਥੇ ਨਾਲ ਦੀ ਨਾਲ ਗੁਰੂ ਪਾਤਸ਼ਾਹ ਜੀ ਦੇ ਪ੍ਰਕਾਸ਼ ਨੂੰ ਸੂਰਜ ਦੀ ਤੁਲਨਾ ਦਿੱਤੀ ਗਈ ਹੈ। ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ, ਅੰਧੇਰ ਪਲੋਆ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਦੇ ਵਿੱਚ ਗੁਰੂ ਦੇ ਗਿਆਨ ਨੂੰ ਚੰਦਰਮਾ ਵੀ ਆਖਿਆ ਗਿਆ ਹੈ। ਗੁਰ ਪ੍ਰਸਾਦ ਸਹਿਜ ਘਰ ਪਾਇਆ, ਮਿਟਿਆ ਅੰਧੇਰਾ ਚੰਦ ਚੜ੍ਹਿਆ। ਆਪਾਂ ਹੱਥ ਜੋੜ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਬੇਨਤੀ ਕਰਕੇ, ਅਰਦਾਸ ਕਰਕੇ ਪੁੱਛੀਏ, ਮੇਰੇ ਪ੍ਰੀਤਮਾ, ਜਦੋਂ ਸੂਰਜ ਦੀ ਗੱਲ ਕਰ ਦਿੱਤੀ ਹੋਵੇ, ਜਦੋਂ ਚੰਦਰਮਾ ਦੀ ਗੱਲ ਕਰ ਦਿੱਤੀ ਹੋਵੇ, ਤੇ ਮੇਰੇ ਪ੍ਰੀਤਮ ਜੀ ਫਿਰ ਆਪ ਜੀ ਦੀ ਬਾਤ ਪਾਉਂਦਿਆਂ ਬਾਣੀ ਦੇ ਵਿੱਚ ਚਿਰਾਗ ਦੀਵਾ ਲਫ਼ਜ਼ ਵੀ ਆ ਗਿਆ। ਕਿੱਥੇ ਇੰਨਾ ਵੱਡਾ ਸੂਰਜ ਤੇ ਕਿੱਥੇ ਇੱਕ ਛੋਟਾ ਜਿਹਾ ਚਿਰਾਗ, ਛੋਟਾ ਜਿਹਾ ਦੀਵਾ। ਸਵੇਰੇ ਅੰਮ੍ਰਿਤ ਵੇਲੇ ਜਿਹੜੀਆਂ ਸੰਗਤਾਂ ਹਾਜ਼ਰ ਸਨ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਪੜ੍ਹ ਰਹੀਆਂ ਸਨ, ਬਲਿਓ ਚਿਰਾਗ ਅੰਧਿਆਰ ਮੈਂ, ਸਭ ਕਲ ਉਧਰੀ ਇੱਕ ਨਾਮ ਧਰਮ, ਪ੍ਰਗਟ ਸਗਲ ਹਰ ਭਵਨ ਮੈਂ, ਜਨ ਨਾਨਕ ਗੁਰ ਪਾਰ ਬ੍ਰਹਮ। ਬੇਨਤੀ ਕਰਕੇ ਪੁੱਛੀਏ ਸੱਚੇ ਪਾਤਸ਼ਾਹ, ਕਿੱਥੇ ਇੰਨਾ ਵੱਡਾ ਸੂਰਜ, ਕਿੱਥੇ ਚੰਦਰਮਾ ਤੇ ਕਿੱਥੇ ਚਿਰਾਗ ਕਹਿ ਕੇ ਬੁਲਾਇਆ ਗਿਆ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਸਾਡੇ ਹਿਰਦੇ ਵਿੱਚ ਬੈਠ ਕੇ ਵਿਚਾਰ ਦੇਣਗੇ, ਭਾਈ ਸੂਰਜ ਜਦੋਂ ਚੜ੍ਹਦਾ ਅਸਮਾਨ ਦੇ ਉੱਤੇ, ਬੇਸ਼ੱਕ ਉਹਦੀਆਂ ਕਿਰਨਾਂ ਦੇ ਵਿੱਚ ਬੜਾ ਤੇਜ ਹੈ, ਪਰ ਕਈ ਥਾਵਾਂ ਐਸੀਆਂ ਹੁੰਦੀਆਂ ਨੇ ਜਿੱਥੇ ਸੂਰਜ ਦੀਆਂ ਕਿਰਨਾਂ ਵੀ ਨਹੀਂ ਪਹੁੰਚ ਸਕਦੀਆਂ, ਉੱਥੇ ਫਿਰ ਚਿਰਾਗ ਕੰਮ ਆਉਂਦਾ ਹੈ, ਉੱਥੇ ਦੀਵਾ ਬਾਲਣ ਦੀ ਲੋੜ ਪੈਂਦੀ ਹੈ। ਸਾਡੇ ਪਟਿਆਲੇ ਸ਼ਹਿਰ ਦੇ ਇੱਕ ਕਵੀ ਹੋਏ ਨੇ ਜਿਨ੍ਹਾਂ ਦਾ ਨਾਮ ਹੈ ਕੇਸਰੀ ਜੀ। ਉਹ ਸੂਰਜ ਦੇ ਨਾਲ ਇੱਕ ਗੱਲ ਕਰਦੇ ਨੇ, ਆਪਣੀ ਮਨ ਦੀ ਸੋਚ ਦੇ ਮੁਤਾਬਕ, ਮਨ ਦੇ ਵਲਵਲੇ ਮੁਤਾਬਕ। ਕੀ ਕਹਿੰਦੇ ਨੇ ਉਹ? ਸੂਰਜਾ ਤੂੰ ਭੋਲਿਆ ਜਿਹਾ ਹੋਇਆ ਨਾ ਜਹਾਨ ਵਿੱਚ, ਚੰਗਾ ਹੁੰਦਾ ਹੁੰਦਾ ਨਾ ਤੂੰ ਇਹੋ ਜਿਹਾ ਸੂਰਵੇ। ਸੂਰਜ ਦੇ ਨਾਲ ਗੱਲ ਕਰਦਿਆਂ ਹੋਇਆ ਉਹ ਕਹਿੰਦੇ ਨੇ ਕਿ ਹੇ ਸੂਰਜ, ਭੋਲਿਆ ਜਿਹਾ ਸੂਰਜ, ਪਰਮਾਤਮਾ ਦੇ ਥਾਪਿਆ ਹੋਇਆ ਸੂਰਜ, ਦੱਸ ਤੇਰਾ ਜਹਾਨ ਵਿੱਚ ਹੋਣ ਦਾ ਫਾਇਦਾ ਕੀ ਹੈ? ਸੂਰਜਾ ਤੂੰ ਭੋਲਿਆ ਜਿਹਾ ਹੋਇਆ ਨਾ ਜਹਾਨ ਵਿੱਚ, ਚੰਗਾ ਹੁੰਦਾ ਹੁੰਦਾ ਨਾ ਤੂੰ ਇਹੋ ਜਿਹਾ ਸੂਰਵੇ। ਚਾਨਣ ਚੁਫੇਰੇ ਤੂੰ ਖਲੇਰੇ, ਨੇੜੇ ਦੂਰ ਤੀਕ, ਮੇਰੇ ਦਿਲ ਵਿਹੜੇ ਵਿੱਚ ਹਨੇਰਾ ਭਰਪੂਰ ਵੇ। ਹੇ ਸੂਰਜਾ, ਤੇਰੀਆਂ ਕਿਰਨਾਂ ਬੜੀ ਦੂਰ ਤੱਕ ਚਾਨਣ ਦੇ ਦਿੰਦੀਆਂ। ਜਦੋਂ ਮੈਂ ਬਾਹਰ ਦੇਖਦਾ ਤੇ ਸਾਰੇ ਪਾਸੇ ਰੋਸ਼ਨੀ ਦਿਸਦੀ ਹੈ, ਪਰ ਜਦੋਂ ਮੈਂ ਆਪਣੇ ਦਿਲ ਦੀ ਦੁਨੀਆ ਵਿੱਚ ਝਾਤੀ ਪਾਉਣਾ, ਮੇਰੇ ਦਿਲ ਦੀ ਕੋਠੜੀ ਦੇ ਵਿੱਚ ਹਨੇਰਾ ਛਾਇਆ ਹੋਇਆ। ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਹੇ ਸੂਰਜਾ, ਤੇਰੇ ਚੜ੍ਹਨ ਦਾ ਫਾਇਦਾ ਕੀ ਹੈ? ਜੇ ਤੂੰ ਮੇਰੇ ਮਨ ਦੀ ਕੋਠੀ ਨੂੰ, ਦਿਲ ਦੀ ਕੋਠੀ ਨੂੰ ਰੋਸ਼ਨਾ ਨਾ ਸਕਿਆ। ਅੱਗੇ ਉਹ ਬੜੇ ਪਿਆਰੇ ਬਚਨ ਕਰਦੇ ਨੇ, ਸੂਰਜ ਅਖਾਵੇਂ ਨਾ ਲੁਭਾਵੇਂ ਲੁੱਕੀ ਚੀਜ਼ ਮੇਰੀ। ਧਿਆਨ ਦੇਣਾ ਗੁਰੂ ਕੀ ਸੰਗਤ। ਦਾਸ ਅੱਜ ਜਿਹੜੇ ਪ੍ਰਚਲਿਤ ਵਿਸ਼ੇ ਹੁੰਦੇ ਆ ਨਾ ਗੁਰਪੁਰਬ ਦੇ, ਉਹਨਾਂ ਤੋਂ ਥੋੜਾ ਜਿਹਾ ਬਾਹਰ ਜਾ ਕੇ ਸੰਗਤਾਂ ਦੇ ਚਰਨਾਂ ਵਿੱਚ ਬੇਨਤੀਆਂ ਕਰਨੀਆਂ ਚਾਹੁੰਦਾ।
ਉਹ ਕਹਿੰਦੇ ਨੇ ਸੂਰਜ ਅਖਾਵੇਂ ਨਾ ਲੁਭਾਵੇਂ ਲੁਕੀ ਚੀਜ਼ ਮੇਰੀ, ਨੂਰ ਤੂੰ ਕਹਾਵੇਂ ਭਾਵੇਂ ਸਾਫ਼ ਤੂੰ ਮਨੂਰ ਵੇ। ਆਪਣੇ ਆਪ ਨੂੰ ਸੂਰਜ ਤੇ ਕਹਾਉਣਾ ਹੈ, ਪਰ ਜਿਹੜੀ ਚੀਜ਼ ਮੇਰੀ ਗਵਾਚ ਗਈ ਹੈ ਉਹ ਤੇਰੀ ਰੋਸ਼ਨੀ ਦੇ ਵਿੱਚ ਲੱਭ ਨਹੀਂ ਸਕਦੀ। ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਆਪਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬੈਠ ਕੇ ਬੇਨਤੀ ਕਰੀਏ, ਸੱਚੇ ਪਾਤਸ਼ਾਹ ਅਸੀਂ ਦੁਨੀਆ ਵਿੱਚ ਬਹੁਤ ਕੁਝ ਲੱਭ ਲਿਆ, ਪਰ ਅਜੇ ਤੱਕ ਇਹ ਤੇ ਵਿਚਾਰ ਹੀ ਨਹੀਂ ਕੀਤੀ ਕਿ ਸਾਡਾ ਗਵਾਚਿਆ ਕੀ ਹੈ। ਬਹੁਤ ਕੁਝ ਆਪਾਂ ਦੁਨੀਆ ਤੇ ਲੈ ਕੇ ਆਏ ਸੀ ਜਿਹੜਾ ਗਵਾਚਦਾ ਜਾ ਰਿਹਾ ਹੈ। ਸਵਾਸਾਂ ਦੀ ਪੂੰਜੀ ਲੈ ਕੇ ਆ ਰਹੇ ਸੀ, ਉਹ ਗਵਾਚਦੀ ਜਾ ਰਹੀ ਹੈ। ਪਰਮਾਤਮਾ ਦੇ ਚਰਨਾਂ ਦੇ ਵਿੱਚੋਂ ਅਦਵੈਤ ਭਾਵਨਾ ਲੈ ਕੇ ਆਏ ਸੀ, ਉਹ ਗਵਾਚ ਗਈ। ਪਰਮਾਤਮਾ ਦੇ ਚਰਨਾਂ ਦੇ ਵਿੱਚੋਂ ਮਨ ਦੀ ਨਿਰਮਲਤਾ ਲੈ ਕੇ ਆਏ ਸੀ, ਉਹ ਗਵਾਚ ਗਈ। ਪਰਮਾਤਮਾ ਦੇ ਦੇਸ਼ ਦੇ ਵਿੱਚੋਂ ਸੰਸਿਆਂ ਤੋਂ ਰਹਿਤ ਦਿਲ ਲੈ ਕੇ ਆਏ ਸੀ, ਸੰਸਾਰ ਦੇ ਵਿੱਚ ਆਉਂਦਿਆਂ ਉਹ ਦਿਲ, ਉਹ ਮਨ ਪਾਪ ਕਰ ਕਰਕੇ ਦਾਗੀ ਹੋ ਗਿਆ। ਸਾਡਾ ਜੀਵਨ ਹਨੇਰੇ ਦੇ ਵਿੱਚ ਗਵਾਚ ਗਿਆ। ਧਿਆਨ ਦੇਣਾ ਗੁਰੂ ਕੀ ਸੰਗਤ। ਸੂਰਜ ਅਖਾਵੇਂ ਨਾ ਲੁਭਾਵੇਂ ਲੁਕੀ ਚੀਜ਼ ਮੇਰੀ, ਨੂਰ ਤੂੰ ਕਹਾਵੇਂ ਭਾਵੇਂ ਸਾਫ਼ ਤੂੰ ਮਨੂਰ ਵੇ। ਇੱਕ ਗੱਲ ਉਹਨਾਂ ਨੇ ਬੜੀ ਕਮਾਲ ਦੀ ਆਖੀ। ਉਹ ਕਹਿੰਦੇ ਤੇਰਾ ਵੀ ਚਾਨਣ ਪਛਾਨਣ ਦੋ ਨੈਣਾ ਵਾਲੇ। ਸੂਰਜ ਚੜ੍ਹਦਾ ਤੇ ਉਹਨਾਂ ਨੂੰ ਪਤਾ ਲੱਗਦਾ ਜਿਨ੍ਹਾਂ ਦੀਆਂ ਅੱਖਾਂ ਜਗਦੀਆਂ। ਕਵੀ ਕੇਸਰੀ ਜੀ ਕਹਿ ਰਹੇ ਨੇ ਤੇਰਾ ਵੀ ਚਾਨਣ ਪਛਾਨਣ ਦੋ ਨੈਣਾ ਵਾਲੇ, ਅੰਧਿਆਂ ਨੂੰ ਦੱਸ ਤੇਰੀ ਕਾਸ ਦੀ ਜ਼ਰੂਰ ਵੇ। ਜਿਨ੍ਹਾਂ ਨੂੰ ਪ੍ਰਮਾਤਮਾ ਨੇ ਨੇਤਰ ਹੀ ਨਹੀਂ ਦਿੱਤੇ, ਅੱਖਾਂ ਹੀ ਨਹੀਂ ਦਿੱਤੀਆਂ, ਹੇ ਭੋਲਿਆ ਸੂਰਜਾ ਉਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਦੱਸ ਤੇਰੀ ਕੀ ਲੋੜ ਹੈ। ਤੇ ਅੱਗੇ ਬਚਨ ਕਰਦੇ ਨੇ ਦੋ ਦੋ ਨੈਣਾ ਵਾਲੇ ਦਿਲੋਂ ਕਾਲੇ ਗੁੰਮਰਾਹ ਫਿਰਨ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਬੈਠੇ ਆ ਗੁਰਮੁਖੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਡੀਆਂ ਇਹਨਾਂ ਅੱਖਾਂ ਨੂੰ ਪ੍ਰਵਾਨ ਨਹੀਂ ਕੀਤਾ। ਇਹ ਅੱਖਾਂ ਉਸ ਦਿਨ ਪ੍ਰਵਾਨ ਹੋਣੀਆਂ ਜਿਸ ਦਿਨ ਗੁਰੂ ਦੇ ਗਿਆਨ ਦਾ ਇਹਨਾਂ ਦੇ ਵਿੱਚ ਸੁਰਮਾ ਪੈ ਗਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮੋਹਰ ਲਾ ਦਿੱਤੀ। ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਹੁਣ ਸਾਡੇ ਕੋਲ ਦ੍ਰਿਸ਼ਟੀ ਹੈ, ਪਰ ਦ੍ਰਿਵ ਦ੍ਰਿਸ਼ਟੀ ਕਿੱਥੋਂ ਮਿਲੇ? ਉਹ ਮਿਲਣੀ ਹੈ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚੋਂ। ਦੋ ਦੋ ਨੈਣਾ ਵਾਲੇ ਦਿਲੋਂ ਕਾਲੇ ਗੁੰਮਰਾਹ ਬੈਠੇ, ਤੇਰਾ ਨੂਰ ਉਹਨਾਂ ਲਈ ਕਾਹਦਾ ਕੋਹੇ ਤੂਰ ਵੇ। ਦੋ ਦੋ ਅੱਖਾਂ ਹੋਣ ਦੇ ਬਾਵਜੂਦ ਜਿਨ੍ਹਾਂ ਦੇ ਦਿਲ ਕਾਲੇ ਨੇ, ਜਿਨ੍ਹਾਂ ਦੇ ਮਨ ਸਾਫ਼ ਨਹੀਂ, ਦੱਸ ਤੂੰ ਆਪਣੀ ਜ਼ਿੰਦਗੀ ਵਿੱਚ ਉਹਨਾਂ ਦਾ ਕੀ ਸਵਾਰਿਆ? ਕਿਉਂ ਤੂੰ ਮਾਣ ਕਰੀ ਬੈਠਾ ਕਿ ਮੇਰੇ ਵਰਗਾ ਮਹਾਨ ਕੋਈ ਨਹੀਂ? ਲੱਖਾਂ ਸਾਲ ਆਯੂ ਭੋਗੀ ਦੂਰ ਨਾ ਅੰਧੇਰਾ ਕੀਤਾ, ਦਸ ਭਲਾ ਕੀਤਾ ਫਿਰ ਕਾਸ ਦਾ ਗਰੂਰ ਵੇ। ਹੇ ਸੂਰਜਾ ਲੱਖਾਂ ਸਾਲ ਹੋ ਗਏ ਤੂੰ ਅਸਮਾਨ ਵਿੱਚ ਚਮਕਾਂ ਮਾਰਦਾ, ਪਰ ਜੇ ਮੇਰੇ ਦਿਲ ਦਾ ਹਨੇਰਾ ਦੂਰ ਨਹੀਂ ਕੀਤਾ ਤੂੰ ਕਾਹਦਾ ਮਾਣ ਆਪਣੇ ਸਿਰ ਦੇ ਉੱਤੇ ਚੁੱਕੀ ਫਿਰਦਾ। ਇਹ ਗੁਰਮੁਖੋ ਕਵਿਤਾ ਗੁਰੂ ਘਰ ਦੇ ਵਿੱਚ ਉਹੀ ਪੜ੍ਹੀ ਜਾ ਸਕਦੀ ਹੈ ਜਿਹਦੇ ਉੱਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਬਾਣੀ ਮੋਹਰ ਲਾਉਂਦੀ ਹੋਵੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਰ ਰੋਜ਼ ਸਾਨੂੰ ਕਹਿੰਦੇ ਨੇ ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਜੇ 100 ਚੰਦਾ ਉਗਵਹਿ ਸੂਰਜ ਚੜ੍ਹੈ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਆਉਣ ਦੀ ਲੋੜ ਕਿਉਂ ਪਈ? ਉਹਨਾਂ ਨੇ ਦੇਖ ਲਿਆ ਕਿ ਦੁਨੀਆ ਹਨੇਰੇ ਦੇ ਵਿੱਚ ਠੋਕਰਾਂ ਖਾ ਰਹੀ ਹੈ। ਆਓ ਆਪਣੇ ਮਨ ਨੂੰ ਠੋਕਰ ਲਾਈਏ ਗੁਰੂ ਦੇ ਬਚਨ ਦੇ ਚਰਨਾਂ ਦੀ। ਭੱਟ ਜੀ ਆਪਣੀ ਪਵਿੱਤਰ ਬਾਣੀ ਦੇ ਵਿੱਚ ਕੀ ਕਹਿ ਰਹੇ ਨੇ? ਸਾਰੀ ਸੰਗਤ ਪੜ੍ਹਿਓ ਪ੍ਰੇਮ ਦੇ ਨਾਲ, ਕੋਈ ਰਸਨਾ ਮਾਂਝੀ ਨਾ ਰਹੇ ਜੀ।
ਗੁਰ ਬਿਨ ਘੋਰ ਅੰਧਾਰ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰੂ ਬਿਨ ਸਮਝ ਨਾ ਆਵੇ। ਗੁਰ ਬਿਨ ਘੋਰ ਅੰਧਾਰ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰੂ ਬਿਨ ਸਮਝ ਨਾ ਆਵੇ। ਗੁਰ ਬਿਨ ਘੋਰ ਅੰਧਾਰ, ਬੋਲੋ ਜੀ। ਗੁਰ ਬਿਨ ਸੁਰਤ ਨਾ ਸਿੱਧ, 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 ਗੁਰੂ ਬਿਨ ਮੁਕਤ ਨਾ ਪਾਵੇ, ਗੁਰੂ ਬਿਨ ਮੁਕਤ ਨਾ ਪਾਵੇ। ਗੁਰ ਬਿਨ ਸੁਰਤ ਨਾ ਸਿੱਧ, ਬਿਨ ਮੁਕਤ ਨਾ ਪਾਵੇ, ਗੁਰੂ ਬਿਨ ਮੁਕਤ ਨਾ ਪਾਵੇ। ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ, ਗੁਰੂ ਬਿਨ ਮੁਕਤ ਨਾ ਪਾਵੇ। ਗੁਰ ਬਿਨ ਘੋਰ ਅੰਧਾਰ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰੂ ਬਿਨ ਸਮਝ ਨਾ ਆਵੇ। ਗੁਰ ਬਿਨ ਘੋਰ ਅੰਧਾਰ, ਬਿਨ ਸਮਝ ਨਾ ਆਵੇ, ਗੁਰੂ ਬਿਨ ਸਮਝ ਨਾ ਆਵੇ। ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰੂ ਬਿਨ ਸਮਝ ਨਾ ਆਵੇ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਬਾਹਰਲੇ ਸੂਰਜ ਨੇ ਗਿਆਨ ਦਿੱਤਾ, ਰੋਸ਼ਨੀ ਦਿੱਤੀ, ਪਰ ਉਹ ਗਿਆਨ ਮਿਲਿਆ ਸਰੀਰਕ ਦੇ ਤਲ ਤੇ। ਮਾਇਕੀ ਮੰਡਲ ਦਾ ਗਿਆਨ ਮਿਲਿਆ, ਪਰ ਆਪੇ ਦੀ ਪਹਿਚਾਨ ਨਾ ਹੋ ਸਕੀ, ਆਪਣੇ ਮੂਲ ਨੂੰ ਜਾਣ ਨਾ ਸਕਿਆ, ਆਪਣੇ ਕੇਂਦਰ ਨਾਲ ਜੁੜ ਨਾ ਸਕਿਆ, ਤੇ ਮਨੁੱਖ ਮਨੁੱਖ ਦਾ ਵੈਰੀ ਬਣ ਕੇ ਇੱਕ ਦੂਜੇ ਦੇ ਨਾਲ ਖਹਿ ਰਿਹਾ ਹੈ, ਲੜ ਰਿਹਾ ਹੈ। ਆਪਣੇ ਕੋਲ ਸਮਾਂ ਨਹੀਂ ਕਿ ਆਪਾਂ ਵਿਸਥਾਰ 'ਚ ਜਾ ਸਕੀਏ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜਦੋਂ ਸੰਸਾਰ ਵਿੱਚ ਆਏ ਆ ਨਾ ਗੁਰਮੁਖੋ, ਉਸ ਵੇਲੇ ਦੇ ਹਾਲਾਤ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪ ਹੀ ਆਪਣੀ ਬਾਣੀ ਦੇ ਵਿੱਚ ਲਿਖੇ ਆ। ਕਲ ਕਾਤੀ ਰਾਜੇ ਕਸਾਈ, ਧਰਮ ਪੰਖ ਕਰ ਉੱਡ ਰਿਹਾ, ਕੂੜ ਅਮਾਵਸ ਸੱਚ ਚੰਦਰਮਾ ਦਿਸੈ ਨਾਹੀ, ਕਹਿ ਚੜਿਆ ਹਉ ਭਾਲ ਵਿਕੁੰਨੀ ਹੋਈ, ਅੰਧੇਰੇ ਰਾਹੋ ਨਾ ਕੋਈ, ਵਿੱਚ ਹਉਮੈ ਕਰ ਦੁੱਖ ਰੋਈ। ਹਉਮੈ ਦੇ ਕਾਰਨ ਸਾਰੀ ਸ੍ਰਿਸ਼ਟੀ ਰੋ ਰਹੀ ਸੀ, ਦੁਖੀ ਹੋ ਰਹੀ ਸੀ। ਧਰਤੀ ਦੀ ਪੁਕਾਰ, ਅਰਦਾਸ ਬੇਨਤੀ ਸੁਣੀ ਗਈ, ਤੇ ਅੱਜ ਦੇ ਦਿਨ ਤਲਵੰਡੀ ਦੀ ਧਰਤੀ ਤੇ ਧੰਨ ਧੰਨ ਮਾਤਾ ਤ੍ਰਿਪਤਾ ਜੀ, ਪਿਤਾ ਬਾਬਾ ਮਹਿਤਾ ਕਲਿਆਣ ਦਾਸ ਜੀ ਦੇ ਗ੍ਰਹਿ ਵਿਖੇ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ। ਜਦੋਂ ਆਪਾਂ ਗੁਰੂ ਸਾਹਿਬ ਦਾ ਜੀਵਨ ਪੜ੍ਹਦੇ ਹਾਂ ਨਾ ਗੁਰਮੁਖੋ, ਆਮ ਤੌਰ ਤੇ ਹਿੰਦੁਸਤਾਨ ਦੀ ਧਰਤੀ ਤੇ ਬ੍ਰਾਹਮਣਵਾਦ ਨੇ ਇਹ ਭਰਮ ਪਾਇਆ ਸੀ ਕਿ ਜਿਹੜਾ ਕਾਂਸੀ ਦੀ ਧਰਤੀ ਤੇ ਜਨਮ ਲੈਂਦਾ ਹੈ ਜਾਂ ਹਰਿਦੁਆਰ ਵਿੱਚ ਜੰਮਦਾ ਹੈ, ਉਹ ਬੜੀ ਪਵਿੱਤਰ ਆਤਮਾ ਹੁੰਦੀ ਹੈ। ਪਰ ਜਦੋਂ ਪਰਮਾਤਮਾ ਨੇ ਆਪ ਸੰਸਾਰ ਤੇ ਆਉਣ ਬਾਰੇ ਸੋਚਿਆ, ਤੇ ਆਉਣਾ ਕਾਹਦੇ ਵਾਸਤੇ ਸੀ? ਸੋ ਸਤਿਗੁਰ ਵਾਹੋ ਵਾਹੋ ਜਿਨ ਭਰਮ ਗੜ ਤੋੜਿਆ। ਲੁਕਾਈ ਜਿਹੜੇ ਭਰਮਾਂ ਨੂੰ ਪਾਲ ਰਹੀ ਸੀ, ਜਿਹੜੇ ਲੋਕ ਭਰਮ ਨੂੰ ਧਰਮ ਸਮਝ ਕੇ ਕਮਾ ਰਹੇ ਸਨ, ਉਸ ਗੜ ਨੂੰ ਤੇ ਸਾਹਿਬ ਨੇ ਤੋੜਨਾ ਸੀ। ਤੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਨਗਰ ਨੂੰ ਚੁਣਿਆ
ਜਿਸ ਤਲਵੰਡੀ ਨੂੰ ਕੋਈ ਜਾਣਦਾ ਨਹੀਂ, ਕੋਈ ਪਹਿਚਾਣਦਾ ਨਹੀਂ, ਤੇ ਅੱਜ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਇਸ ਤਲਵੰਡੀ ਦੀ ਧਰਤੀ ਤੇ ਆਏ। ਮੰਨ ਲਓ ਅੱਜ ਤੋਂ ਬਾਅਦ ਤਲਵੰਡੀ ਦਾ ਇਤਿਹਾਸ ਵੀ ਸ਼ੁਰੂ ਹੋ ਗਿਆ। ਸਾ ਧਰਤੀ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਸੇ ਜੰਤ ਪਏ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਇਹ ਵਿਚਾਰ ਕੱਲ ਦੇ ਦੀਵਾਨ ਤੋਂ ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੈਠ ਕੇ ਕਰ ਰਹੇ ਹਾਂ। ਉਹ ਕਿਹੜੇ ਕਿਹੜੇ ਜੰਤ ਨੇ ਗੁਰਮੁਖੋ, ਜਿਨ੍ਹਾਂ ਨੂੰ ਅੰਦਰ ਦੀ ਹਰਿਆਵਲ ਮਿਲੀ ਹੈ। ਸਭ ਤੋਂ ਪਹਿਲਾਂ ਉਹ ਭਾਗਾਂ ਵਾਲੀ ਮੁਸਲਮਾਨ ਔਰਤ ਜਿਹਦਾ ਨਾਮ ਹੈ ਦੌਲਤਾਂ ਦਾਈ। ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਤੋਂ ਪਹਿਲਾਂ ਝੋਲੀ ਫੈਲਾ ਕੇ ਮਹਿਤਾ ਕਾਲੂ ਜੀ ਨੂੰ ਕਹਿੰਦੀ ਹੁੰਦੀ, ਮਹਿਤਾ ਜੀ ਪਰਮਾਤਮਾ ਨੇ ਤੁਹਾਡੇ ਘਰ ਵਿੱਚ ਖੁਸ਼ੀ ਘੱਲਣੀ ਹੈ, ਤੁਸੀਂ ਗਰੀਬਣੀ ਦੀ ਝੋਲੀ ਭਰ ਦਿਆ ਜੇ। ਸਿਆਲ ਦੀ ਰੁੱਤ ਆ ਰਹੀ ਹੈ, ਮੇਰੇ ਬੱਚਿਆਂ ਨੂੰ, ਮੇਰੇ ਪਰਿਵਾਰ ਨੂੰ ਗਰਮ ਕੱਪੜਿਆਂ ਦੀ ਲੋੜ ਹੈ, ਦਾਣਿਆਂ ਦੀ ਲੋੜ ਹੈ। ਮੈਂ ਤੇ ਤੇਰੇ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ। ਜਦੋਂ ਪਰਮਾਤਮਾ ਨੇ ਤੈਨੂੰ ਖੁਸ਼ੀ ਬਖਸ਼ਿਸ਼ ਕੀਤੀ, ਤੂੰ ਮੇਰੀਆਂ ਸਾਰੀਆਂ ਮੰਗਾਂ ਪੂਰੀਆਂ ਕਰ ਦੇ। ਅੱਜ ਉਹ ਸਮਾਂ ਆ ਗਿਆ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ। ਜਿਸ ਕਮਰੇ ਦੇ ਵਿੱਚ ਦੀਵੇ ਦੀ ਲੋ ਮੱਧਮ ਪੈ ਗਈ ਤੇ ਗੁਰਮੁਖੋ ਦੌਲਤਾਂ ਦਾਈ ਵੱਲ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੀ ਸਭ ਤੋਂ ਪਹਿਲੀ ਨਜ਼ਰ ਪਾਈ ਹੈ। ਸਿੱਖਾ, ਤੂੰ ਹਰ ਰੋਜ਼ ਗੁਰੂ ਨੂੰ ਦੇਖਣ ਆਉਣਾ ਹੈ, ਕਿਉਂਕਿ ਸਿੱਖ ਤੇ ਜਿਉਂਦਾ ਹੀ ਗੁਰੂ ਨੂੰ ਦੇਖ ਦੇਖ ਕੇ ਹੈ। ਆਪਾਂ ਪੜ੍ਹ ਲਈਏ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਪਿਆਰ ਦੇ ਵਿੱਚ ਕੋਈ ਰਸਨਾ ਵਾਂਝੀ ਨਾ ਰਹੇ। ਦਰਸ਼ਨ ਦੇਖ ਜੀਵਾ ਗੁਰ ਤੇਰਾ, ਦਰਸ਼ਨ ਦੇਖ ਜੀਵਾ ਗੁਰ ਤੇਰਾ, ਦਰਸ਼ਨ ਦੇਖ ਜੀਵਾ ਗੁਰ ਤੇਰਾ, ਦਰਸ਼ਨ ਦੇਖ ਜੀਵਾ ਗੁਰ ਤੇਰਾ। ਦਰਸ਼ਨ ਦੇਖ ਜੀਵਾ ਗੁਰ ਤੇਰਾ। ਪੂਰਨ ਕਰਮ ਹੋਏ ਪ੍ਰਭ ਮੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਪੂਰਨ ਕਰਮ ਹੋਏ ਪ੍ਰਭ ਮੇਰਾ। ਦਰਸ਼ਨ ਦੇਖ ਜੀਵਾ ਗੁਰ ਤੇਰਾ, ਦਰਸ਼ਨ ਦੇਖ ਜੀਵਾ ਗੁਰ ਤੇਰਾ, ਦਰਸ਼ਨ ਦੇਖ ਜੀਵਾ ਗੁਰ ਤੇਰਾ, ਦਰਸ਼ਨ ਦੇਖ ਜੀਵਾ ਗੁਰ ਤੇਰਾ। ਦਰਸ਼ਨ ਦੇਖ ਜੀਵਾ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਸਿੱਖ ਤੇ ਜਿਉਂਦਾ ਹੀ ਗੁਰੂ ਨੂੰ ਦੇਖ ਦੇਖ ਕੇ ਹੈ। ਪਰ ਸਿੱਖਾ ਕਦੇ ਆਪਣੇ ਮਨ ਵਿੱਚ ਅਰਦਾਸ ਕਰੀ, ਸੱਚੇ ਪਾਤਸ਼ਾਹ ਮੈਂ ਹਰ ਰੋਜ਼ ਤੈਨੂੰ ਦੇਖਣ ਆਉਣਾ, ਕਦੇ ਉਹ ਵੀ ਭਾਗਾਂ ਵਾਲੀ ਘੜੀ ਆਏਗੀ, ਤੂੰ ਮਿਹਰ ਦੀ ਨਿਗਾਹ ਭਰ ਕੇ ਮੇਰੇ ਵੱਲ ਵੇਖੇਗਾ। ਬਸ ਇੱਕ ਵਾਰੀ ਗੁਰੂ ਨੇ ਵੇਖ ਲਿਆ, ਗੁਰਮੁਖੋ ਜੀਵਨ ਦੀ ਮੰਜ਼ਿਲ ਮਿਲ ਜਾਣੀ ਹੈ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਜਦੋਂ ਗੁਰੂ ਦੀ ਨਿਗਾਹ ਪਈ, ਸੰਸਾਰ ਦੇ ਬੱਚੇ ਰੋਂਦੇ ਆਉਂਦੇ ਐ, ਤੇ ਅੱਜ ਰੋਂਦਿਆਂ ਦੇ ਹੰਝੂ ਪੂੰਝਣ ਵਾਲਾ ਮੇਰਾ ਦਾਤਾ ਉਸ ਦੌਲਤਾਂ ਦਾਈ ਵੱਲ ਦੇਖ ਕੇ ਮੁਸਕਰਾਉਂਦਾ ਹੈ, ਹੱਸਦਾ ਹੈ। ਜਦੋਂ ਇਹ ਘਟਨਾ ਘਟੀ ਤੇ ਗੁਰਮੁਖੋ ਦੌਲਤਾਂ ਦਾਈ ਉਸ ਕਮਰੇ ਦੇ ਵਿੱਚੋਂ ਬਾਹਰ ਆਈ ਹੈ ਜਿੱਥੇ ਮੇਰੇ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ। ਮਹਿਤਾ ਕਾਲੂ ਜੀ ਸਾਹਮਣੇ ਖੜੇ ਨੇ।
ਇੱਕ ਥਾਲ ਉਹਨਾਂ ਦੇ ਹੱਥਾਂ ਦੇ ਵਿੱਚ ਹੈ, ਉਹਦੇ ਵਿੱਚ ਮੋਹਰਾਂ ਪਾਈਆਂ ਹੋਈਆਂ। ਪਰ ਕੀ ਦੇਖਦੇ ਨੇ? ਦੌਲਤਾਂ ਦਾਈ ਦੇ ਬੋਲ ਖਤਮ ਹੋ ਚੁੱਕੇ ਆ, ਉਹਦੀਆਂ ਅੱਖਾਂ ਸਿਮ ਰਹੀਆਂ ਨੇ। ਗੁਰਮੁਖੋ, ਜਦੋਂ ਧਰਤੀ ਦੇ ਥੱਲੇ ਬਹੁਤਾ ਪਾਣੀ ਆ ਜੇ ਨਾ, ਉਹਨੂੰ ਕਹਿੰਦੇ ਆ ਹੁਣ ਸੇਮ ਆ ਗਈ। ਜਦੋਂ ਜੀਵਨ ਦੇ ਅੰਦਰ ਗੁਰੂ ਦਾ ਪ੍ਰੇਮ ਭਰ ਜਾਂਦਾ ਹੈ ਤੇ ਫਿਰ ਅੱਖਾਂ ਦੇ ਦਰਵਾਜ਼ਿਆਂ ਥਾਈਂ ਉਹ ਗੁਰੂ ਦੇ ਪਿਆਰ ਦੇ ਹੰਝੂ ਬਣ ਕੇ ਫੁੱਟ ਪੈਂਦਾ। ਕਦੇ ਮਨ 'ਚ ਵਿਚਾਰ ਕੀਤੀ ਹੈ, ਐ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਤੇਰਾ ਨਾਮ ਲੈ ਕੇ, ਤੈਨੂੰ ਆਵਾਜ਼ ਦਿੰਦਿਆਂ, ਤੈਨੂੰ ਬੁਲਾਉਂਦਿਆਂ ਮੇਰੇ ਨੇਤਰ ਸੇਜਲ ਹੋਏ ਨੇ ਕਿ ਨਹੀਂ ਹੋਏ? ਬੰਦਾ ਰੋਂਦਾ ਹੈ, ਪਰ ਰੋਂਦਾ ਵੀ ਤੁੱਛ ਚੀਜ਼ਾਂ ਵਾਸਤੇ ਹੈ। ਇਹ ਪ੍ਰੇਮ ਦੇ ਹੰਝੂ ਕਿਸੇ ਦੁਕਾਨ ਤੋਂ ਨਹੀਂ ਮਿਲਦੇ, ਕਿਸੇ ਬਾਜ਼ਾਰ ਵਿੱਚੋਂ ਨਹੀਂ ਮਿਲਦੇ। ਇਹ ਤੇ ਪਿਆਰਾ ਆਪ ਹੀ ਜਿਹਦੇ ਹੋਂਠਾਂ ਦੇ ਨਾਲ, ਜਿਹਦੇ ਬੁੱਲਾਂ ਦੇ ਨਾਲ ਆਪਣੇ ਪ੍ਰੇਮ ਦਾ ਪਿਆਲਾ ਛੁਹਾ ਦਿੰਦਾ ਹੈ, ਉਹਨੂੰ ਆਪਣੇ ਪਿਆਰ ਤੇ ਆਪਣੀ ਪਿਆਸ ਦੇ ਹੰਝੂ ਦਿੰਦਾ ਹੈ। ਅੱਖੀਆਂ ਨਮ ਲੈ ਕੇ ਦੌਲਤਾਂ ਦਾਈ ਬਾਹਰ ਖੜੀ। ਹੁਣ ਗੁਰਮੁਖ ਪਿਆਰਿਓ, ਬਾਬਾ ਮਹਿਤਾ ਕਾਲੂ ਜੀ ਆਵਾਜ਼ ਦੇ ਕੇ ਕਹਿੰਦੇ ਨੇ, ਦੌਲਤਾਂ ਕਰ ਝੋਲੀ। ਹਰ ਰੋਜ਼ ਕਹਿੰਦੀ ਸੀ ਮਾਇਆ ਚਾਹੀਦੀ ਹੈ, ਕੱਪੜੇ ਚਾਹੀਦੇ ਨੇ, ਧਨ ਪਦਾਰਥ ਚਾਹੀਦਾ ਹੈ, ਲਿਆ ਝੋਲੀ ਅੱਗੇ ਵਧਾ। ਤੇਰੀ ਝੋਲੀ ਅੱਜ ਮੈਂ ਮੋਹਰਾਂ ਦੇ ਨਾਲ ਭਰ ਦਿਆਂ। ਹੁਣ ਗੁਰਮੁਖ ਪਿਆਰਿਓ, ਦੌਲਤਾਂ ਦਾਈ ਖਾਮੋਸ਼ ਖੜੀ ਹੈ, ਚੁੱਪ ਖੜੀ ਹੈ। ਹਕੀਕਤ ਇਹੀ ਹੈ, ਅਜੇ ਤੱਕ ਆਪਾਂ ਨੂੰ ਗੁਰੂ ਦੇ ਦਰਸ਼ਨ ਹੋਏ ਹੀ ਨਹੀਂ। ਜਿਸ ਦਿਨ ਹੋ ਗਏ ਉਸ ਦਿਨ ਆਪਾਂ ਵੀ ਚੁੱਪ ਦੀ ਦੁਨੀਆ 'ਚ ਚਲੇ ਜਾਵਾਂਗੇ। ਗੁਰੂ ਦੇ ਦਰਸ਼ਨਾਂ ਦਾ ਇੰਨਾ ਕੁ ਰਸ ਹੈ। ਦਰਸ਼ਨ ਦੇਖਤ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, मत में ना मत है। हर रोज कहते थे तन्हा कि जब मिलेंगे यार से। यार कौन? सज्जन सच्चा पातशाह। सिर साहां दे साहो, जिस पास बैठिया सोही है सबना दा विसाहु। हर रोज कहते थे तन्हा जब मिलेंगे यार से। यह कहेंगे वो कहेंगे, यूं कहेंगे प्यार से। लेकिन जब खुदा ने दिए वो दिन, उड़ गए होशो हवास और हम लगे रहे तस्वीर की मनिंद दीवार से। ਆਪਾਂ ਗੁਰੂ ਦੇ ਦਰਸ਼ਨ ਮੰਗਦੇ ਜ਼ਰੂਰ ਆ, ਪਰ ਸੱਚਮੁੱਚ ਜਿਸ ਦਿਨ ਸਾਨੂੰ ਦਰਸ਼ਨ ਹੋ ਗਏ ਫਿਰ ਮੰਗਣਾ ਆਪਾਂ ਭੁੱਲ ਜਾਣਾ ਹੈ। ਗੁਰੂ ਦੇ ਦਰਸ਼ਨਾਂ ਦਾ ਅੰਮ੍ਰਿਤ ਇੰਨਾ ਕੁ ਮਿੱਠਾ ਲੱਗੇਗਾ ਕਿ ਆਪਾਂ ਆਪਣੇ ਨੇਤਰਾਂ ਦੇ ਡੋਨਿਆਂ ਦੇ ਨਾਲ ਕੇਵਲ ਤੇ ਕੇਵਲ ਗੁਰੂ ਦੇ ਦੀਦਾਰ, ਗੁਰੂ ਦੇ ਦਰਸ਼ਨਾਂ ਦੇ ਅੰਮ੍ਰਿਤ ਨੂੰ ਪੀਵਾਂਗੇ। ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਦੌਲਤਾਂ ਨੇ ਸਿਰ ਨੀਵਾਂ ਕੀਤਾ, ਨੇਤਰ ਵੀ ਨੀਵੇਂ ਕੀਤੇ ਆ। ਮਹਿਤਾ ਕਾਲੂ ਜੀ ਨੇ ਦੂਜੀ ਆਵਾਜ਼ ਦਿੱਤੀ, ਦੌਲਤਾਂ ਕਰ ਝੋਲੀ, ਤੇਰੀ ਝੋਲੀ ਭਰ ਦਿਆਂ। ਹੁਣ ਮਿੱਠੇ ਬੋਲ, ਗੁਰੂ ਦੇ ਪ੍ਰੇਮ ਵਿੱਚ ਭਿੱਜੇ ਹੋਏ ਬੋਲ। ਦੌਲਤਾਂ ਦਾਈ ਬੋਲ ਕੇ ਕਹਿੰਦੀ, ਮੈਂ ਤੇ ਆ ਝੋਲੀ ਤੇ ਤਾਂ ਅੱਡਾਂ ਜੇ ਝੋਲੀ ਖਾਲੀ ਹੋਵੇ। ਹੁਣ ਦੇਖਣ ਵਾਲਿਆਂ ਨੂੰ ਤੇ ਪਤਾ ਨਹੀਂ ਨਾ ਕਿ ਝੋਲੀ ਵਿੱਚ ਕੀ ਪੈ ਗਿਆ। ਦੌਲਤਾਂ ਕਹਿੰਦੀ ਹੈ ਝੋਲੀ ਕਿਵੇਂ ਅੱਡਾਂ, ਝੋਲੀ ਤੇ ਪਹਿਲਾਂ ਹੀ ਭਰ ਗਈ। ਮਹਿਤਾ ਕਲਿਆਣ ਦਾਸ ਜੀ ਮੁਸਕਰਾ ਕੇ ਕਹਿੰਦੇ, ਦੌਲਤਾਂ ਕਿਤੇ ਮਜ਼ਾਕ ਤੇ ਨਹੀਂ ਕਰਦੀ, ਤੇਰੀ ਝੋਲੀ ਤੇ ਖਾਲੀ ਹੈ। ਗੁਰਮਖੋ ਹਕੀਕਤ ਹੈ, ਦੁਨੀਆ ਨੂੰ ਕੇਵਲ ਬਾਹਰਲੀਆਂ ਝੋਲੀਆਂ ਦਿਸਦੀਆਂ, ਪਰ ਜਿਹੜੇ ਇੱਕ ਵਾਰੀ ਗੁਰੂ ਨਾਨਕ ਦੇ ਚਰਨਾਂ ਦੇ ਨਾਲ ਆਪਣਾ ਮੱਥਾ ਸੁਹਾ ਲੈਂਦੇ ਐ, ਜਿਹੜੇ ਗੁਰੂ ਨਾਨਕ ਦੇ ਹੁਕਮ ਨੂੰ ਸੁਣ ਲੈਂਦੇ ਐ, ਇੱਕ ਵਾਰੀ ਜਿਨ੍ਹਾਂ ਨੇ ਗੁਰੂ ਨਾਨਕ ਨੂੰ ਦੇਖ ਲਿਆ, ਉਹਨਾਂ ਦੀ ਹਿਰਦੇ ਦੀ ਝੋਲੀ ਭਰ ਗਈ। ਤੇ ਭਰੀ ਕਾਹਦੇ ਨਾਲ? ਸਾਰੀ ਸੰਗਤ ਪੜ੍ਹ ਲਓ, ਫਿਰ ਸਮਾਪਤੀ ਵਾਲੇ ਪਾਸੇ ਜਾਈਏ। ਕੋਈ ਰਸਨਾ ਮਾਂਝੀ ਨਾ ਰਹੇ ਜੀ।
ਲੱਖ ਖੁਸ਼ੀਆਂ ਪਾਤਸ਼ਾਹੀਆਂ, ਲੱਖ ਖੁਸ਼ੀਆਂ ਪਾਤਸ਼ਾਹੀਆਂ, ਲੱਖ ਖੁਸ਼ੀਆਂ ਪਾਤਸ਼ਾਹੀਆਂ, ਲੱਖ ਖੁਸ਼ੀਆਂ ਪਾਤਸ਼ਾਹੀਆਂ। ਬੋਲੋ ਜੀ ਲੱਖ ਖੁਸ਼ੀਆਂ ਪਾਤਸ਼ਾਹੀਆਂ। ਸਾਰੇ ਬੋਲੋ। ਜੇ ਸਤਿਗੁਰ ਨਜ਼ਰ ਕਰੇ, ਸਤਿਗੁਰ ਨਜ਼ਰ ਕਰੇ, ਜੇ ਸਤਿਗੁਰ ਨਜ਼ਰ ਕਰੇ, ਜੇ ਸਤਿਗੁਰ ਨਜ਼ਰ ਕਰੇ। ਇੱਕ ਖੁਸ਼ੀ ਨਹੀਂ, ਲੱਖਾਂ ਖੁਸ਼ੀਆਂ ਪ੍ਰਾਪਤ ਹੋ ਜਾਂਦੀਆਂ। ਤੇ ਉਹ ਖੁਸ਼ੀ ਦੀ ਨਿਸ਼ਾਨੀ ਕੀ ਹੈ? ਅਗਲੀ ਪੰਕਤੀ ਵਿੱਚ ਗੁਰੂ ਪਾਤਸ਼ਾਹ ਜੀ ਨੇ ਸਪਸ਼ਟ ਕਰ ਦਿੱਤਾ। ਜਿਨ੍ਹਾਂ ਨੂੰ ਖੁਸ਼ੀ ਮਿਲ ਗਈ ਉਹਨਾਂ ਨੂੰ ਕੀ ਮਿਲਦਾ ਹੈ? ਉਹਨਾਂ ਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕੀ ਦਿੰਦੇ ਆ? ਵਾਹਿਗੁਰੂ 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 ਵਾਹਿਗੁਰੂ। ਸਾਰੇ ਜਪੋ ਜੀ। ਵਾਹਿਗੁਰੂ 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 ਲੱਖ ਖੁਸ਼ੀਆਂ ਪਾਤਸ਼ਾਹੀਆਂ ਦੇ ਸਤਿਗੁਰ ਨਦਰ ਕਰੇ। ਮਿਲਦਾ ਕੀ ਹੈ? ਨਿਮਕ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ। ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਵਾਸਤੇ ਆਏ ਹਨ। ਦਾਸ ਨੂੰ ਸਮਝ ਨਹੀਂ ਆ ਰਹੀ ਕਿ ਸੰਗਤਾਂ ਬੋਲਦੀਆਂ ਕਿਉਂ ਨਹੀਂ। ਕਿਰਪਾ ਕਰੋ, ਅਰਦਾਸ ਕਰੋ, ਮੰਗ ਲਓ। ਅੱਜ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਸੰਗਤ ਵਿੱਚ ਬੈਠੇ ਆ, ਕਿਉਂਕਿ ਜਿੱਥੇ ਕੀਰਤਨ ਹੁੰਦਾ ਹੈ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਹੈ, ਮੈਂ ਉੱਥੇ ਹੁੰਨਾ। ਭਾਵਨਾ ਦੀ ਅੱਖ ਨਾਲ ਦੇਖੋ, ਝੋਲੀਆਂ ਅੱਡ ਕੇ ਮੰਗ ਲਈਏ। ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਬੋਲੋ ਜੀ, ਵਿਸਰ ਨਾਹੀਂ ਦਾਤਾਰ। ਸਾਰੀ ਸੰਗਤ ਬੋਲੋ।
ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ, ਨਾਨਕ ਚਾਓ ਇਹੋ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ, ਨਾਨਕ ਚਾਓ ਇਹੋ। ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ, 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 ਧੰਨ ਗੁਰੂ ਨਾਨਕ ਦੇਵ ਸਾਹਿਬ ਜੀ। ਵਾਹਿਗੁਰੂ 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 ਵਾਹਿਗੁਰੂ। ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ। ਦੌਲਤਾਂ ਕਹਿੰਦੀ ਝੋਲੀ ਤੇ ਤਾਂ ਕਰਾਂ ਜੇ ਝੋਲੀ ਖਾਲੀ ਹੋਵੇ। ਗੁਰਮੁਖੋ ਆਪਾਂ ਆਉਨੇ ਆ ਗੁਰੂ ਦੇ ਚਰਨਾਂ ਵਿੱਚ। ਮੇਰੇ ਸਾਹਿਬ ਜੀ ਨੇ ਸਾਡੀਆਂ ਝੋਲੀਆਂ ਭਰੀਆਂ ਵੀ। ਦੁਨੀਆ ਬਹੁਤ ਕੁਝ ਦੇ ਸਕਦੀ ਆ ਪਰ ਸਭ ਕੁਝ ਨਹੀਂ ਦੇ ਸਕਦੀ ਗੁਰਮੁਖੋ। ਇੱਕੋ ਇੱਕ ਗੁਰੂ ਨਾਨਕ ਦਾ ਘਰ ਹੈ ਜਿੱਥੇ ਮੇਰੇ ਪਿਆਰੇ ਨੇ ਜਦੋਂ ਨਾਮ ਵੰਡਣ ਲੱਗੇ ਤੇ ਨਾਮ ਉਹਨਾਂ ਦੀ ਝੋਲੀ 'ਚ ਪਹਿਲਾਂ ਪਾਉਂਦੇ ਨੇ ਜਿਨ੍ਹਾਂ ਨੂੰ ਲੋਕ ਨੀਵੇਂ, ਨਿਮਾਣੇ ਜਾਂ ਗਰੀਬ ਕਹਿ ਕੇ ਬੁਲਾਉਂਦੇ ਸੀ। ਦੁਨੀਆ ਦਾ ਇਤਿਹਾਸ ਹੈ, ਗੁਰੂ ਨਾਨਕ ਸਾਹਿਬ ਜੀ ਤੋਂ ਪਹਿਲਾਂ ਬਾਹਮਣ ਕਹਿੰਦਾ ਸੀ ਇਸਤਰੀ ਪੈਰਾਂ ਦੀ ਜੁੱਤੀ ਦੇ ਸਮਾਨ ਹੈ। ਇਸਲਾਮ ਵਾਲੇ ਕਹਿੰਦੇ ਸੀ ਇਸਤਰੀ ਮਸਜਿਦ ਵਿੱਚ ਜਾ ਕੇ ਨਮਾਜ਼ ਨਹੀਂ ਪੜ੍ਹ ਸਕਦੀ। ਪਰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਮੇਰੀ ਮਿਹਰ ਦੀ ਨਿਗਾਹ ਸਭ ਤੋਂ ਪਹਿਲਾਂ ਪਏਗੀ ਤੇ ਪਏਗੀ ਇਸਤਰੀ ਦੇ ਉੱਤੇ। ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਜਿਨ੍ਹਾਂ ਨੇ ਅੱਗੇ ਜਾ ਕੇ ਬਚਨ ਕਹਿਣਾ ਹੈ, ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ। ਅੱਜ ਉਹਨਾਂ ਨੇ ਪਹਿਲੀ ਮਿਹਰ ਦੀ ਨਿਗਾਹ ਕੀਤੀ ਤੇ ਦੌਲਤਾਂ ਦਾਈ ਕੋਈ ਅਮੀਰ ਨਹੀਂ ਸੀ ਗੁਰਮੁਖੋ। ਪਿੰਡ ਦੇ ਵਿੱਚ ਦਾਈ ਦਾ ਕੰਮ ਕਰਦੀ, ਜਿਹੜੇ ਘਰ ਜਾਣਾ ਕਿਤੋਂ ਦਾਣੇ ਮੰਗਣੇ, ਕਿਤੋਂ ਕੱਪੜੇ ਮੰਗਣੇ,
ਤੇ ਮੰਗ ਮੰਗ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨਾ। ਅੱਜ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਮਿਹਰ ਭਰੀ ਬਖਸ਼ਿਸ਼ ਭਰੀ ਦ੍ਰਿਸ਼ਟੀ ਪਾਈ। ਦੌਲਤਾਂ ਕਹਿੰਦੀ ਹੈ ਮਹਿਤਾ ਜੀ ਝੋਲੀ ਭਰ ਗਈ, ਤੇਰੇ ਪੁੱਤ ਦੀ ਇੱਕ ਮੁਸਕਰਾਹਟ ਨੇ ਅੰਦਰੋਂ ਮੰਗਣ ਦੀ ਬਿਰਤੀ ਖਤਮ ਕਰ ਦਿੱਤੀ ਹੈ। ਹੁਣ ਕੁਝ ਮੰਗਣ ਦੀ ਲੋੜ ਨਹੀਂ ਰਹੀ, ਮੰਗਣ ਦੀ ਲੋੜ ਨਹੀਂ ਰਹੀ। ਮੰਗਣ ਵਾਲਾ ਫੁਰਨਾ ਹੀ ਮਿਟ ਗਿਆ। ਭਾਈ ਸਾਹਿਬ ਜੀ ਦਾਸ ਤੋਂ ਪਹਿਲਾਂ ਕਹਿ ਰਹੇ ਸੀ ਨਾ ਕਿ ਗੁਰੂ ਕਾ ਸਿੱਖ ਮੰਗਤਾ ਨਹੀਂ ਹੁੰਦਾ, ਤੇ ਗੁਰਮੁਖੋ ਇਹ ਮੰਗਤਾਪੁਣਾ ਸਾਡੇ ਅੰਦਰੋਂ ਤਾਂ ਖਤਮ ਹੋਇਆ ਕਿਉਂਕਿ ਸਾਡਾ ਪਿਓ ਇੰਨਾ ਖਜ਼ਾਨਾ ਪਰਮਾਤਮਾ ਦੇ ਚਰਨਾਂ ਤੋਂ ਲੈ ਕੇ ਆਇਆ। ਉਹਨੇ ਕਿਸੇ ਵੀ ਪੱਖੋਂ ਆਪਣੇ ਸਿੱਖ ਨੂੰ ਊਣਾ ਨਹੀਂ ਰਹਿਣ ਦਿੱਤਾ, ਖਾਲੀ ਨਹੀਂ ਰਹਿਣ ਦਿੱਤਾ। ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਨਹੀਂ ਤੇ ਆਪਾਂ ਨੂੰ ਕੀਰਤਨ ਕਰਨ ਦੀ ਕੋਈ ਆਗਿਆ ਸੀ ਗੁਰਮੁਖੋ? ਇਹ ਦਸਤਾਰਾਂ ਸੀਸ ਦੇ ਉੱਤੇ ਸਜਾ ਕੇ ਧਰਤੀ ਦੇ ਚੁਗਿਰਦੇ ਚੱਕਰ ਲਾਉਣ ਦੀ ਕੋਈ ਆਗਿਆ ਸੀ? ਇਹ ਤੇ ਮੇਰੇ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਉਸ ਇਲਾਹੀ ਜੋਤ ਨੇ ਕ੍ਰਿਸ਼ਮਾ ਕੀਤਾ। ਆਓ ਜਿੱਥੇ ਪ੍ਰਬੰਧਕਾਂ ਨੇ ਸਮਾਂ ਵਧਾਇਆ ਉੱਥੇ ਨਾਲ ਆਗਿਆ ਕੀਤੀ ਆ ਕਿ ਧਾਰਨਾ ਜ਼ਿਆਦਾ ਪੜੀਆਂ ਜਾਣ। ਇਹ ਕੰਮ ਕੌਣ ਕਰ ਸਕਦਾ ਸੀ ਗੁਰਮੁਖੋ? ਜਿਹੜੇ ਗੁਰਬਾਣੀ ਦੇ ਸ਼ਬਦ ਨੇ ਨਾ ਗੁਰਮੁਖੋ, ਭਗਤਾਂ ਦੀ ਬਾਣੀ, ਭੱਟਾਂ ਦੀ ਬਾਣੀ, ਸਿੱਖਾਂ ਦੀ ਬਾਣੀ, ਜਦੋਂ ਆਪਾਂ ਪੜ੍ਹਦੇ ਹਾਂ ਤੇ ਨਾਲ ਦੀ ਨਾਲ ਮਨ 'ਚ ਵਿਚਾਰ ਆਉਂਦੀ ਹੈ। ਕਿਸੇ ਕਿਤਾਬ ਨੂੰ ਖੋਲੀਏ, ਕਿਸੇ ਸਟੀਕ ਨੂੰ ਪੜ੍ਹੀਏ ਤਾਂ ਕਿ ਇਹ ਸ਼ਬਦ ਦੇ ਸਾਨੂੰ ਅਰਥ ਪਤਾ ਲੱਗ ਜਾਣ। ਇਹ ਭਾਵਨਾ ਮਨ 'ਚ ਹੋਣੀ ਚਾਹੀਦੀ ਹੈ। ਪਰ ਗੁਰਮੁਖੋ ਹਕੀਕਤ ਵਿੱਚ ਕਈ ਵਾਰੀ ਗੁਰਬਾਣੀ ਦੇ ਇੱਕ ਇੱਕ ਅੱਖਰ ਦੇ ਅਰਥ ਕਰਨ ਵਾਸਤੇ ਸਦੀਆਂ ਲੱਗ ਜਾਂਦੀਆਂ। ਭਗਤ ਕਬੀਰ ਜੀ ਨੇ ਇੱਕ ਬਚਨ ਉਚਾਰਨ ਕੀਤਾ, ਕਬੀਰ ਮਰਤਾ ਮਰਤਾ ਜਗ ਮੁਆ, ਮਰ ਭੇ ਨਾ ਜਾਣੈ ਕੋਏ, ਐਸੀ ਮਰਨੀ ਜੋ ਮਰੈ ਬਹੁਰ ਨਾ ਮਰਨਾ ਹੋਏ। ਇਹ ਬਚਨ ਕਿੰਨਾ ਸਮਾਂ ਪਹਿਲਾਂ ਕਰ ਗਏ। ਅੱਜ ਜਾਓ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਦਰਬਾਰ ਸਾਹਿਬ 'ਚ ਮੱਥਾ ਟੇਕਣ ਤੋਂ ਬਾਅਦ ਉਸ ਨੀਂਹ ਦੇ ਉਸ ਦੀਵਾਰ ਦੇ ਜਦੋਂ ਆਪਾਂ ਦਰਸ਼ਨ ਕਰਨ ਵਾਸਤੇ ਭੋਰਾ ਸਾਹਿਬ ਵਿੱਚ ਜਾਂਦੇ ਆ ਨਾ ਥੱਲੇ, ਤੇ ਉਸ ਭੋਰੇ ਦੇ ਦਰਵਾਜ਼ੇ ਦੇ ਉੱਤੇ ਇਹ ਸ਼ਲੋਕ ਲਿਖਿਆ ਹੋਇਆ ਹੈ। ਤੇ ਅੱਜ ਨੀਹਾਂ ਦੇ ਵਿੱਚ ਖਲੋ ਕੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਕਹਿ ਰਹੇ ਨੇ, ਭਗਤ ਕਬੀਰ ਜੀ ਜਿਹੜੇ ਤੁਸੀਂ ਬਚਨ ਕਰਕੇ ਗਏ ਸੀ ਨਾ ਬਾਣੀ ਦੇ ਵਿੱਚ, ਅਸੀਂ ਨੀਹਾਂ ਦੇ ਵਿੱਚ ਖਲੋ ਕੇ ਉਹਨਾਂ ਬਚਨਾਂ ਦੇ ਅਰਥ ਕਰਕੇ ਦੁਨੀਆ ਨੂੰ ਸਮਝਾ ਰਹੇ ਹਾਂ। ਆਪਾਂ ਤੇ ਸਮਝਦੇ ਹਾਂ ਕਿ ਸਭ ਕੁਝ ਕਿਤਾਬਾਂ ਦੇ ਵਿੱਚੋਂ ਸਾਨੂੰ ਮਿਲ ਜੇ। ਗੁਰਮੁਖੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਸਾਡੇ ਅੰਦਰ ਅਨੁਭਵੀ ਗਿਆਨ ਪੈਦਾ ਹੋਵੇ। ਭਗਤ ਰਵਿਦਾਸ ਜੀ ਨੇ ਕਿੰਨਾ ਸਮਾਂ ਪਹਿਲਾਂ ਇਹ ਸ਼ਬਦ ਆਖੇ ਹੋਣਗੇ ਜਿਹੜੇ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ 'ਚ ਪੜ੍ਹਦੇ ਹਾਂ। ਅੱਜ ਦੌਲਤਾਂ ਦਾਈ ਨੂੰ ਨਵਾਜ ਕੇ ਮੇਰੇ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਉਹਨਾਂ ਬਚਨਾਂ ਨੂੰ ਸਾਖਸ਼ਾਤ ਰੂਪ ਦੇ ਰਹੇ ਨੇ, ਉਹਨਾਂ ਬਚਨਾਂ ਨੂੰ ਪ੍ਰੈਕਟੀਕਲ ਕਰ ਰਹੇ ਨੇ। ਕਿਹੜੇ ਬਚਨ? ਸਾਰੀ ਸੰਗਤ ਪੜ੍ਹ ਲਿਓ ਪਿਆਰ ਨਾਲ। ਐਸੀ ਲਾਲ ਤੁਝ ਬਿਨ ਕੌਣ ਕਰੈ, ਐਸੀ ਲਾਲ ਤੁਝ ਬਿਨ ਕੌਣ ਕਰੈ, ਐਸੀ ਲਾਲ ਤੁਝ ਬਿਨ ਕੌਣ ਕਰੈ, ਐਸੀ ਲਾਲ ਤੁਝ ਬਿਨ ਕੌਣ ਕਰੈ। ਬੋਲੋ ਜੀ ऐसी लाल तुझ बिन कौन करे, ऐसी लाल तुझ बिन कौन करे, ऐसी लाल तुझ बिन कौन
बिन कौन करे, कौन करे, कौन करे, तुझ बिन कौन करे, कौन करे, कौन करे, तुझ बिन कौन करे, तुझ बिन कौन करे, बिन कौन तुझ बिन कौन करे, तुझ बिन कौन करे, बिन कौन करे, तुझ बिन कौन करे, ऐसी लाल 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 तुझ बिन कौन करे, तुझ बिन कौन करे, ऐसी लाल तुझ बिन कौन करे, ऐसी लाल तुझ बिन कौन करे, गरीब निवाज गुसैया मेरा, माथे छतर ਧਰੈ। ਸੱਚੇ ਪਾਤਸ਼ਾਹ ਤੇਰੇ ਤੋਂ ਬਗੈਰ ਕੌਣ ਇਸ ਤਰ੍ਹਾਂ ਦਾ ਕਾਰਨਾਮਾ ਕ੍ਰਿਸ਼ਮਾ ਕਰ ਸਕਦਾ ਸੀ ਜਿਹੜਾ ਗਰੀਬਾਂ ਨੂੰ ਨਵਾਜਦਾ ਹੋਵੇ ਤੇ ਪੈਰਾਂ ਵਿੱਚ ਰੁਲਣ ਵਾਲਿਆਂ ਨੂੰ ਬਾਦਸ਼ਾਹੀਆਂ ਦੇ ਰਿਹਾ ਹੋਵੇ। ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਸਮਾਂ ਨਹੀਂ ਵਿਸਥਾਰ ਚ ਜਾਣਦਾ। ਭਾਈ ਲਾਲੋ ਦੇ ਘਰ ਗਏ ਨਾ ਮੇਰੇ ਸਾਹਿਬ ਜੀ, ਅੱਜ ਤੋਂ ਪਹਿਲਾਂ ਕਿਸੇ ਨੇ ਭਾਈ ਕਹਿ ਕੇ ਨਹੀਂ ਸੀ ਬੁਲਾਇਆ ਲਾਲੋ ਨੂੰ, ਤਰਖਾਣ ਕਹਿ ਕੇ, ਮਿਸਤਰੀ ਕਹਿ ਕੇ, ਉਹਦੀ ਜਾਤ ਪੁਕਾਰ ਕੇ ਲੋਕੀ ਆਵਾਜ਼ ਦਿੰਦੇ। ਭਾਈ ਲਾਲੋ ਜੀ ਤੇ ਉਹਨਾਂ ਦੀ ਘਰਵਾਲੀ ਪ੍ਰਸ਼ਾਦਾ ਤਿਆਰ ਕਰਨ ਲੱਗ ਪਏ। ਚੌਂਕਾ ਸੁੱਚਾ ਕੀਤਾ ਗਿਆ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਲਾਲੋ ਕਿਹੜੇ ਆਰ ਵਿੱਚ ਲੱਗਾ, ਆ ਸਾਡੇ ਕੋਲ ਬੈਠ। ਜਦੋਂ ਭਾਈ ਲਾਲੋ ਨੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਰਸਨਾ ਤੋਂ ਬਚਨ ਸੁਣਿਆ, ਰੋ ਪਿਆ। ਸੱਚੇ ਪਾਤਸ਼ਾਹ ਇਸ ਦੁਨੀਆ ਦੇ ਭਰੇ ਹੋਏ ਮੇਲੇ ਦੇ ਵਿੱਚ ਅੱਜ ਤੱਕ ਕਿਸੇ ਨੇ ਮੈਨੂੰ ਭਾਈ ਕਹਿ ਕੇ ਨਹੀਂ ਮਿਲਾਇਆ। ਸੱਚੇ ਪਾਤਸ਼ਾਹ ਮੇਰੇ ਕੰਨ ਤਰਸ ਗਏ ਸੀ, ਮੈਨੂੰ ਕੋਈ ਭਾਈ ਕਹਿ ਕੇ ਬੁਲਾਉਂਦਾ। ਅੱਜ ਮੇਰਾ ਹਿਰਦਾ ਭਰਪੂਰ ਹੋ ਗਿਆ, ਤੁਸੀਂ ਭਾਈ ਕਹਿ ਕੇ ਮੈਨੂੰ ਆਵਾਜ਼ ਦਿੱਤੀ ਹੈ। ਤੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਗੁਰੂ ਕੇ ਵਜ਼ੀਰਾਂ ਨੂੰ, ਗੁਰੂ ਕੇ ਕੀਰਤਨੀਆਂ ਨੂੰ, ਗੁਰਮਖੋ ਇਸ ਭਾਈ ਸ਼ਬਦ ਨੂੰ ਛੋਟਾ ਨਾ ਸਮਝਿਓ, ਇਸ ਭਾਈ ਸ਼ਬਦ ਨੂੰ ਛੋਟਾ ਨਾ ਜਾਣਿਓ। ਬੰਦ ਬੰਦ ਕਟਵਾਉਣ ਵਾਲਿਆਂ ਨੂੰ ਆਵਾਜ਼ ਦੇ ਕੇ ਮੇਰੇ ਸਾਹਿਬ ਜੀ ਕਹਿੰਦੇ ਸੀ ਭਾਈ ਮਨੀ ਸਿੰਘ। ਸੀਸ ਤਲੀ ਤੇ ਟਿਕਾਉਣ ਵਾਲਿਆਂ ਨੂੰ ਕਹਿੰਦੇ ਸੀ ਭਾਈ ਦੀਪ ਸਿੰਘ। ਹਾਥੀ ਨਾਲ ਜੰਗ ਕਰਨ ਵਾਲੇ ਨੂੰ ਕਹਿੰਦੇ ਸੀ ਭਾਈ ਬਚਿੱਤਰ ਸਿੰਘ। ਤੇ ਇਸੇ ਤਰ੍ਹਾਂ ਰਬਾਬ ਦੀ ਤਾਰ ਵਜਾਉਣ ਵਾਲੇ ਨੂੰ ਜਦੋਂ ਪਹਿਲੀ ਆਵਾਜ਼ ਮਾਰੀ, ਉਹ ਜਿਹੜਾ ਲੋਕਾਂ ਦੇ ਵਿਆਹਾਂ ਦੇ ਵਿੱਚ ਜਾ ਕੇ ਕੁਝ ਨਾ ਕੁਝ ਗਾ ਕੇ ਆਪਣੇ ਉਦਰ ਦੀ ਪੂਰਤੀ ਕਰਦਾ ਸੀ, ਉਹਨੂੰ ਆਵਾਜ਼ ਦੇ ਕੇ ਸਭ ਤੋਂ ਪਹਿਲਾਂ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ, ਭਾਈ ਮਰਦਾਨਿਆ ਤੈਨੂੰ ਪ੍ਰਮਾਤਮਾ ਨੇ ਰਾਗ ਵਿਦਿਆ ਦਿੱਤੀ ਹੈ, ਇਸ ਰਾਗ ਦੇ ਵਿੱਚ ਪ੍ਰਮਾਤਮਾ ਦੀ ਸਿਫਤ ਨੂੰ ਗਾ ਕੇ ਗਾਇਆ ਕਰ, ਰਾਗ ਵਿੱਚ ਪਾ ਕੇ ਕਰਤੇ ਦੀ ਸਿਫਤ ਨੂੰ ਕਰਿਆ ਕਰ। ਤੇ ਸੱਚ ਜਾਣਿਓ, ਇਹ ਗੁਰੂ ਕੇ ਵਜ਼ੀਰੋ, ਗੁਰੂ ਕੇ ਕੀਰਤਨੀਓ, ਜੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਭਾਈ ਕਹਿ ਕੇ ਨਾ ਬੁਲਾਇਆ ਹੁੰਦਾ, ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ,
सो भाई सो मेरा वीर। ते अज जिहड़ी साडी कौम दी हालत है, सानू लोकां ने ओए ओए कह के आवाज़ां मारनियां सी। जिन्ना कुछ सत्कार साडी कौम अज अपने प्रचारकां दा करदी है ना, सानू ओए ओए कह के आवाज़ां पैणियां सी। ये ते गुरु नानक साहब जी दी देन है, उन्हां दी बख्शिश है। वो भाई लालो दे घर गए, उन्होंने अपना भरा बना लिया। भाई मरदाने नूं आवाज़ दिती ते अपना भाई कह के बुलाया। भाई लालो रो पिया, सच्चे पातशाह अज तक मैनू किसी ने भाई नहीं सी आख्या, तुसी क्यों आख्या है, तुसी क्यों आख्या है। ते मेरे धन गुरु नानक देव सच्चे पातशाह जी ने उस जोत ने एक पैगाम दिता सानू सारिਆਂ ਨੂੰ। मैं बेनती करांगा, आओ एक धारना अखीर विच सारी संगत पढ़ लीए प्यार नाल, कोई रसना वांझी ना रहे। अलाप के रूप में सारिया संगतां की आवाज़ आनी चाहिए है। सारे कृपा करो जी। एक पिता एक सके हम बारक, एक पिता एक सके हम बारक, एक पिता एक सके हम बारक, एक पिता एक सके हम बारक। बोलो जी, एक पिता एक सके हम बारक, एक सके हम बारक, एक सके हम बारक, एक सके हम बारक। एक पिता एक सके हम बारक, एक पिता एक सके हम बारक, एक पिता एक सके हम बारक, एक पिता एक सके हम बारक। बोलो जी, एक पिता एक पिता एक सके हम बारक। एक पिता एक सके हम बारक, तू मेरा गुरहाई। ਆਪਾਂ ਇੱਕ ਦੇ ਪੁੱਤਰ ਆ ਤੇ ਫਿਰ ਤੂੰ ਮੇਰਾ ਭਾਈ ਤੇ ਮੈਂ ਤੇਰਾ ਭਾਈ। ਗੁਰਮਖੋ, ਸਤਿਗੁਰੂ ਸੱਚੇ ਪਾਤਸ਼ਾਹ ਜੀ ਤੇ ਸਾਨੂੰ ਭਾਈ ਭਾਈ ਬਣਾ ਕੇ ਗਏ, ਸਾਨੂੰ ਦੱਸ ਕੇ ਗਏ, ਸਾਡੀਆਂ ਜੱਫੀਆਂ ਪਵਾ ਕੇ ਗਏ, ਸਾਨੂੰ ਸੀਨਿਆਂ ਨਾਲ ਸੀਨੇ ਮਿਲਾ ਕੇ ਗਏ। ਅੱਜ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਬੇਨਤੀ ਕਰਕੇ ਪੁੱਛੀਏ, ਸੱਚੇ ਪਾਤਸ਼ਾਹ देख अपने परिवार वाल, देख अपने जियां वाल, अज भाई भाई दा दुश्मन बन के बैठा, अज वंडियां पा के बैठ गए, अज दीवारां होर भी उच्चियां कर लियां। मेरे प्रीतमा, तेरे पुरब ते मनाउने आ, तेरे दिहाड़े ते मनाउने आ, लंगर ते लाउने आ, पर मन दे विचों द्वैत भावना नाश नहीं हुई। सारी संगत बोलो सतनाम श्री वाहिगुरु। जब हम तुम्हारे दर पे गए, हाथों में लेकर फूल गए, वो फिरना हिरसू मक्के का, वो रुकना गिरते पर्वत का, हर बात तुम्हारी याद रही, पैगाम तुम्हारा
ਭੁੱਲ ਗਏ। ਸੱਚੇ ਪਾਤਸ਼ਾਹ ਤੇਰੀਆਂ ਸਾਖੀਆਂ ਪੜ੍ਹਦੇ ਆ, ਤੇਰੀਆਂ ਗੱਲਾਂ ਕਰਦੇ ਆ, ਪਰ ਤੇਰਾ ਪੈਗਾਮ ਭੁੱਲ ਗਏ ਆ। ਅੱਜ ਸਿੱਖ ਦਾ ਵੈਰੀ ਬਣ ਗਿਆ, ਅੱਜ ਭਾਈ ਭਾਈਆਂ ਦੇ ਵੈਰੀ ਬਣ ਗਏ ਨੇ। ਸੱਚੇ ਪਾਤਸ਼ਾਹ ਕਰਦੇ ਕਿਰਪਾ, ਕਰਦੇ ਨਜ਼ਰ, ਕਰਦੇ ਦ੍ਰਿਸ਼ਟੀ, ਸਾਡੇ ਅੰਦਰੋਂ ਈਰਖਾ ਦੀ, ਦਵੈਤ ਭਾਵਨਾ ਦੀ ਮੈਲ ਨੂੰ ਧੋ ਕੇ ਸਾਨੂੰ ਕੁੰਦਨ ਬਣਾ ਕੇ, ਸਾਡੇ ਮਾਈਆ, ਸਾਡੇ ਪਿਆਰਿਆ, ਸਾਨੂੰ ਆਪਣੇ ਚਰਨਾਂ ਦੇ ਵਿੱਚ ਬੈਠਣ ਦੀ ਜੁਗਤ ਸਮਝਾ ਦੇ। ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਆਓ ਇੱਥੇ ਸਮਾਪਤੀ ਕਰੀਏ। ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕਿ ਜਿੰਨੀ ਦੇਰ ਤੱਕ ਹੁਕਮਨਾਮਾ ਸਾਹਿਬ ਨਹੀਂ ਨਾ ਹੁੰਦਾ, ਗੁਰਮੁਖੋ ਸਟੈਂਪ ਨਹੀਂ ਲੱਗਣੀ, ਆਪਣੀ ਮੋਹਰ ਲਾਉਣੀ ਆ। ਗੁਰੂ ਪਾਤਸ਼ਾਹ ਜੀ ਨੇ ਹੁਕਮਨਾਮਾ ਸਾਹਿਬ ਬਖਸ਼ਿਸ਼ ਕਰਕੇ, ਬੇਸ਼ੱਕ ਬਹੁਤ ਸਾਰੀਆਂ ਸੰਗਤਾਂ ਚਲੇ ਗਈਆਂ, ਪਰ ਮੈਂ ਹੱਥ ਜੋੜ ਕੇ ਸੰਗਤ ਦੇ ਚਰਨਾਂ 'ਚ ਬੇਨਤੀ ਕਰਾਂਗਾ। ਇੱਕ ਵਾਰੀ ਗੁਰੂ ਨੂੰ ਧੰਨ ਕਹਿ ਲਈਏ ਨਾ, ਇੱਕ ਵਾਰੀ ਜੇ ਬਾਣੀ ਤੇ ਭਰੋਸਾ ਕਰਦੇ ਆ ਤੇ ਅੰਦਰ ਦੇ ਵਿਕਾਰ, ਅੰਦਰ ਦੇ ਜਮ ਅੰਦਰੋਂ ਭੱਜ ਜਾਂਦੇ ਆ। ਤਾਰਿਆ ਜਹਾਨ ਲਹਿਆ ਅਭਮਾਨ, ਜਿਨੀ ਦਰਸ਼ਨ ਪਾਇਆ, ਜਿਨੀ ਤੁਧਨੋਂ ਧੰਨ ਕਹਿਆ, ਤਿੰਨ ਜਮ ਨੇੜ ਨਾ ਆਇਆ। ਆਉਣ ਵਾਲੇ ਦੀਵਾਨਾਂ ਵਿੱਚ 2 ਦੀਵਾਨ ਹੋਰ ਬਕਾਇਆ ਨੇ। ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਜੀਵਨ ਦੀ ਆਪਾਂ ਝਲਕਾਂ ਮਾਣਾਂਗੇ। ਆਓ ਆਪਾਂ ਅੰਦਰੋਂ ਭਿੱਜ ਕੇ, ਅੰਦਰੋਂ ਜੁੜ ਕੇ ਸਾਹਿਬ ਜੀ ਦਾ ਸ਼ੁਕਰਾਨਾ ਕਰੀਏ, ਧੰਨ ਧੰਨ ਆਖੀਏ ਆਪਣੇ ਪਿਆਰੇ ਨੂੰ। ਉਸ ਤੋਂ ਬਾਅਦ ਆਨੰਦ ਸਾਹਿਬ ਜੀ ਦਾ ਕੀਰਤਨ, ਅਰਦਾਸ, ਹੁਕਮਨਾਮਾ ਸਾਹਿਬ ਪੂਰੀ ਸਮਾਪਤੀ ਹੋਣ ਤੋਂ ਬਾਅਦ ਫਿਰ ਜਾਣ ਦੀ ਖੇਚਲ ਕਰਨੀ। ਕੋਈ ਰਸਨਾ ਮਾਂਝੀ ਨਾ ਰਹੇ ਜੀ। ਸਾਰੇ ਕਿਰਪਾ ਕਰੋ, ਸਾਰੇ ਪਿਆਰ ਵਿੱਚ ਭਿੱਜ ਕੇ ਜਪ ਲਈਏ ਜੀ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਵਸ ਦੀਆਂ ਸਰਬੱਤ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਇਹ ਵਧਾਈਆਂ ਅੱਜ ਆਪਾਂ ਨੂੰ ਬਾਹਰੋਂ ਮਿਲ ਰਹੀਆਂ, ਪਰ ਗੁਰੂ ਸਾਹਿਬ ਕਹਿੰਦੇ ਸਿੱਖਾ ਤੇਰੇ ਜੀਵਨ ਦੇ ਹੁੰਦਿਆਂ ਮੈਂ ਚਾਹੁੰਦਾ ਤੇਰੇ ਅੰਦਰੋਂ ਤੈਨੂੰ ਵਧਾਈਆਂ ਮਿਲਣ। ਉਹ ਕਿਵੇਂ ਮਿਲਣਗੀਆਂ? ਮਹਾ ਮੁਬਾਰਕੀ ਚੜਿਆ ਸਦਾ ਬਸੰਤ। ਤੇਰੇ ਅੰਦਰ ਜਦੋਂ ਬਸੰਤ ਰੁੱਤ ਆ ਗਈ, ਅੰਦਰ ਨਾਮ ਦਾ ਖੇੜਾ ਆ ਗਿਆ, ਫਿਰ ਅੰਦਰੋਂ ਵਧਾਈਆਂ ਮਿਲਣਗੀਆਂ ਤੁਹਾਨੂੰ। ਆਓ, ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ, ਆਪ ਸੰਗਤਾਂ ਨੇ ਬਹੁਤ ਪਿਆਰ ਮਾਣਿਆ। ਗੁਰੂ ਕੀ ਹਜ਼ੂਰੀ ਦਾ, ਪ੍ਰਬੰਧਕ ਵੀਰਾਂ ਦਾ ਤਹਿ ਦਿਲੋਂ ਧੰਨਵਾਦ, ਜਿਨ੍ਹਾਂ ਨੇ ਖੁੱਲ੍ਹਾ ਸਮਾਂ ਬਖਸ਼ਿਸ਼ ਕਰਕੇ ਸੰਗਤ ਦੇ ਦਰਸ਼ਨ ਕਰਵਾਏ ਹੈ। ਕੋਟਾਨ ਕੋਟ ਸ਼ੁਕਰਾਨਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਜਿਨ੍ਹਾਂ ਦੀ ਕਿਰਪਾ ਦੇ ਨਾਲ ਇਹ ਸਾਰੀ ਬਣਤ ਬਣੀ ਹੈ। ਆਓ ਆਪਾਂ 5 ਮਿੰਟ ਦਾ ਸਮਾਂ ਸਾਹਿਬ ਜੀ ਨੂੰ ਧੰਨ ਕਹਿ ਲਈਏ, ਉਸ ਤੋਂ ਬਾਅਦ ਸਮਾਪਤੀ। ਕੋਈ ਰਸਨਾ ਵਾਂਝੀ ਨਾ ਰਹੇ ਜੀ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਦੇਵ ਜੀ, ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਦੇਵ ਜੀ, ਧੰਨ ਹੈ। ਬੋਲੋ ਜੀ ਧੰਨ ਹੈ ਗੁਰੂ ਨਾਨਕ ਦੇਵ ਜੀ, ਧੰਨ ਹੈ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਦੇਵ ਜੀ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਦੇਵ ਜੀ, ਧੰਨ ਹੈ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਜੀ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਜੀ, ਧੰਨ ਹੈ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਰਾਮਦਾਸ ਜੀ, ਧੰਨ ਹੈ ਧੰਨ ਹੈ ਧੰਨ ਹੈ ਗੁਰੂ ਰਾਮਦਾਸ ਜੀ, ਧੰਨ ਹੈ। ਗੁਰੂ ਰਾਮਦਾਸ ਜੀ, ਧੰਨ ਹੈ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਰਜਨ ਦੇਵ ਜੀ, ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਰਜਨ ਦੇਵ ਜੀ, ਧੰਨ ਹੈ।
ਧਨ ਹੈ ਧਨ ਹੈ ਧਨ ਹੈ ਗੁਰੂ ਹਰਗੋਬਿੰਦ ਸਾਹਿਬ ਧਨ ਹੈ ਧਨ ਹੈ ਧਨ ਹੈ ਗੁਰੂ ਹਰਗੋਬਿੰਦ ਸਾਹਿਬ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਸ੍ਰੀ ਹਰਿ ਰਾਏ ਜੀ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਸ੍ਰੀ ਹਰਿ ਰਾਏ ਜੀ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਸ੍ਰੀ ਹਰਿ ਕ੍ਰਿਸ਼ਨ ਜੀ ਧਨ ਹੈ ਧਨ ਹੈ ਧਨ ਹੈ ਗੁਰੂ ਸ੍ਰੀ ਹਰਿ ਕ੍ਰਿਸ਼ਨ ਜੀ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਤੇਗ ਬਹਾਦਰ ਸਾਹਿਬ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਤੇਗ ਬਹਾਦਰ ਸਾਹਿਬ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਗੋਬਿੰਦ ਸਿੰਘ ਜੀ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਗੋਬਿੰਦ ਸਿੰਘ ਜੀ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਗ੍ਰੰਥ ਸਾਹਿਬ ਜੀ ਧਨ ਹੈ ਧਨ ਹੈ ਧਨ ਹੈ ਗੁਰੂ ਗ੍ਰੰਥ ਸਾਹਿਬ ਜੀ ਧਨ ਹੈ ਧਨ ਹੈ ਧਨ ਹੈ ਧਨ ਹੈ ਤੇਰਾ ਪੰਥ ਖਾਲਸਾ ਧਨ ਹੈ ਧਨ ਹੈ ਧਨ ਹੈ ਧਨ ਹੈ ਤੇਰਾ ਪੰਥ ਖਾਲਸਾ ਧਨ ਹੈ ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ ਵਾਹਿਗੁਰੂ 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 ਬੋਲ ਵਾਹਿਗੁਰੂ 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 ਬੋਲ ਵਾਹਿਗੁਰੂ 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 ਬੋਲ ਵਾਹਿਗੁਰੂ 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 ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ ਰਾਮ ਕਲੀ ਮਹੱਲਾ ਤੀਜਾ ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਕਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਗੋਤਾ ਗਾਵੋ ਹਰੀ ਤੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰੋ ਤੂੰ ਮਨ ਮੇਰੇ ਦੂਤ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ ਤੇਰੇ ਸਭ ਕੁਛ ਹੈ ਜਿਸ ਦੇ ਹੈ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਨਾਮ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ ਸਾਚਾ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਪੁਖਾ
ਸਭ ਗਵਾਈਆਂ। ਹਰ ਸਾਥ ਸੁਖ ਮਨ ਆਇ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਵਿਟੋ, ਜਿਸ ਦੀਆਂ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ। ਹਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰਿਆ। ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਦਿਨ ਕਉ, ਸੇ ਨਾਮ ਹਰਿ ਕੈ ਲਾਗੇ। ਕਹਿ ਨਾਨਕ ਕਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਆਨੰਦ ਸੁਣੋ ਵੱਡ ਭਾਗਿਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਤੇਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਤੇ, ਪਵਿੱਤ ਸਤਿਗੁਰ ਰਹਿਆ ਭਰਪੂਰੇ। ਦਿਨ ਵਕਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਪੂਰੇ ਸ਼ਲੋਕ। ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ। ਦੇਵ ਰਾਤ ਦੋਇ ਦਾਈ ਦਾਇਆ, ਖੇਲੇ ਸਗਲ ਜਗਤ। ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਹਦੂਰ। ਕਰਨੀ ਆਪੋ ਆਪਣੀ, ਤੇ ਨੇੜੇ ਤੇ ਦੂਰ। ਜਿਨੀ ਨਾਮ ਤੇ ਆਇਆ, ਗਏ ਮਸਕਤ ਕਾਲ। ਨਾਨਕ ਦੇ ਮੁਖ ਉਜਲੇ, ਕੀਤੀ ਛੁਟੀ ਨਾਲ। ਜਿਨੀ ਨਾਮ ਤੇ ਆਇਆ, ਗਏ ਮਸਕਤ ਕਾਲ। ਨਾਨਕ ਦੇ ਮੁਖ ਉਜਲੇ, ਕੀਤੀ ਛੁਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਦਾਸ ਜੀਓ ਪਿੰਡ ਸਭ